ਉਹਨਾਂ ਨੂੰ ਦੱਸਣਾ ਹੈ ਕਿ ਅਗਰ ਤੁਸੀਂ ਫੋਨ ਯੂਸੇਜ ਕਰਦੇ ਹੋ ਸੋ ਉਹਨਾਂ ਦੇ ਹਾਰਮਫੁਲ ਇਫੈਕਟਸ ਕੀ ਹੈ ਤੁਹਾਡੇ ਲਈ। ਐਕਸੈਸਿਵ ਫੋਨ ਯੂਸੇਜ ਨਾਲ ਕਿਹੜੇ ਕਿਹੜੇ ਹਾਰਮਫੁਲ ਇਫੈਕਟ ਤੁਹਾਡੀ ਲਾਈਫ 'ਚ ਦੇਖਣ ਨੂੰ ਮਿਲਣਗੇ। ਐਡਿਕਸ਼ਨ ਹੋ ਜਾਂਦੀ ਹੈ, ਯੂ ਨੋ, ਇਟ ਸਟ੍ਰੇਨਸ ਯੋਰ ਆਈਜ਼ ਆਲਸੋ। ਸੋ ਇਹ ਚੀਜ਼ਾਂ ਬਾਰੇ ਬੱਚਿਆਂ ਨੂੰ ਐਜੂਕੇਟ ਕਰੋ, ਕਿਉਂਕਿ ਅਗਰ ਤੁਸੀਂ ਕਿਸੇ ਚੀਜ਼ ਬਾਰੇ ਰੋਕਦੇ ਹੋ ਸੋ ਤੁਹਾਨੂੰ ਦੱਸਣਾ ਪਏਗਾ ਕਿ ਤੁਸੀਂ ਕਿਉਂ ਰੋਕ ਰਹੇ ਹੋ। ਜਿਹੜਾ ਤੁਸੀਂ ਬੀਜ ਬੋਗੇ ਉਹੀ ਖੱਟੋਗੇ। ਸੋ ਜਿਸ ਤਰ੍ਹਾਂ ਦੀ ਪਰਵਰਿਸ਼ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਆਪਣੇ ਕਿ ਉਹ ਤੁਹਾਨੂੰ ਟਰੀਟ ਕਰਨ, ਸੇਮ ਵੇ ਨਾਲ ਤੁਹਾਨੂੰ ਆਪਣੇ ਬੱਚਿਆਂ ਨੂੰ ਵੀ ਟਰੀਟ ਕਰਨਾ ਪਏਗਾ। ਸੋ ਬੱਚਿਆਂ ਨੂੰ ਸਾਨੂੰ ਐਜੂਕੇਟ ਕਰਨਾ ਚਾਹੀਦਾ ਹੈ ਕਿ ਐਜ਼ ਅ ਪੇਰੈਂਟ ਕਿ ਹਾਊ ਟੂ ਹੈਵ ਦੈਟ ਕਮਿਊਨੀਕੇਸ਼ਨ ਸਕਿੱਲਸ, ਜਿਹੜੀ ਸੋਸ਼ਲ ਸਕਿੱਲਸ ਇਹਨਾਂ ਦੀ ਕਮਿਊਨੀਕੇਸ਼ਨ ਸਕਿੱਲਸ 'ਤੇ ਉਸ 'ਤੇ ਕੰਮ ਕਰਨਾ ਬਹੁਤ ਜ਼ਰੂਰੀ ਹੈ। ਉਹਨਾਂ ਨੂੰ ਦੱਸਣਾ ਪਏਗਾ ਕਿ ਜਦ ਤੁਸੀਂ ਬੜਿਆਂ ਨਾਲ ਗੱਲ ਕਰ ਸਕਦੇ ਹੋ ਤੁਸੀਂ ਇਸ ਟੌਪਿਕ 'ਤੇ ਗੱਲ ਕਰੋ। ਉਹਨਾਂ ਦੀ ਸਿਹਤ ਬਾਰੇ ਪੁੱਛ ਸਕਦੇ ਹੋ, ਉਹਨਾਂ ਦੇ ਜਿਵੇਂ ਇੰਟਰਸਟ ਬਾਰੇ ਪੁੱਛ ਸਕਦੇ ਹੋ, ਕਿਸ ਤਰ੍ਹਾਂ ਸੋ ਤੁਸੀਂ ਕਿਵੇਂ ਟਾਈਮ ਪਾਸ ਕਰਦੇ ਹੋ। ਸੋ ਦੇਰ ਆਰ ਸੋ ਮੈਨੀ ਥਿੰਗਸ ਦੈਟ ਵੀ ਕੈਨ ਟਾਕ ਅਬਾਊਟ। ਉਸ ਚੀਜ਼ ਦੇ ਲਈ ਐਡੂਕੇਟ ਕਰੋ ਬੱਚਿਆਂ ਨੂੰ। ਅਤੇ ਉੱਥੇ ਫਿਰ ਪੇਰੈਂਟਸ ਦੀ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ ਜਾਂ ਗੈਸਟ ਦੀ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜੇ ਆਪਾਂ ਚਾਹੁੰਦੇ ਹਾਂ ਵੀ ਬੱਚੇ ਨੂੰ ਆਪਾਂ ਕੰਫਰਟੇਬਲ ਫੀਲ ਕਰਾਈਏ, ਬੱਚਾ ਸਾਡੇ ਨਾਲ ਬੈਠੇ, ਫਿਰ ਉਹਨਾਂ ਨੂੰ ਉਸ ਤਰ੍ਹਾਂ ਦੇ ਕੁਐਸਚਨਸ ਪੁੱਛੇ ਜਾਣ ਜਾਂ ਉਹਨਾਂ ਦੇ ਨਾਲ ਜਦੋਂ ਗੱਲਬਾਤ ਹੈਗੀ ਹੈ ਉਸ ਤਰੀਕੇ ਦੀ ਸ਼ੁਰੂ ਕੀਤੀ ਜਾਏ ਜਿਹੜੀ ਉਹਨਾਂ ਦੇ ਲੈਵਲ ਦੀ ਹੋਵੇ, ਉਹਨਾਂ ਦੇ ਇੰਟਰਸਟ ਦੀ ਹੋਵੇ। ਹਾਂਜੀ ਨਾ ਆਪਾਂ ਸਿਰਫ ਇਹ ਦੇਖਦੇ ਹਾਂ ਬੱਚਿਆਂ ਦੀ ਪੜ੍ਹਾਈ ਬਟ ਆਪਾਂ ਉਹ ਚੀਜ਼ ਉਹਨਾਂ ਨੂੰ ਸਾਈਕੋਲੋਜੀਕਲ, ਇਮੋਸ਼ਨਲੀ, ਮੈਂਟਲੀ ਕਿਵੇਂ ਇਫੈਕਟ ਕਰਦੀ ਹੈ ਆਪਾਂ ਉਹ ਐਸਪੈਕਟ ਭੁੱਲ ਜਾਂਦੇ ਹਾਂ, ਉਹ ਇਗਨੋਰ ਕਰਦੇ ਹਾਂ। ਸੋ ਆਪਾਂ ਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਜਦ ਅਕੈਡਮਿਕ ਪ੍ਰੈਸ਼ਰ ਹੁੰਦਾ ਹੈ ਬੱਚਿਆਂ ਨਾਲ ਸੋ ਸਟਰੈਸ ਵੀ ਉਹਨਾਂ ਨੂੰ ਹੁੰਦੀ ਹੈ, ਐਂਗਜ਼ਾਈਟੀ ਫੀਲ ਕਰਦੇ ਹੈ। ਕਈ ਬੱਚਿਆਂ ਨੂੰ ਐਂਗਜ਼ਾਈਟੀ ਅਟੈਕਸ, ਪੈਨਿਕ ਅਟੈਕ ਜਾਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਦੇ ਫੀਲ ਐਂਟਰਸ। ਹਰ ਪੱਖ ਨੂੰ ਮਿਲਦੀ ਹੈ ਆਵਾਜ਼, ਹੁੰਦਾ ਹੈ ਰੋਸ਼ਨੀ ਦਾ। ਫੋਨ ਜਿਹੜਾ ਹੈ ਨਾ ਉਹ ਅੱਜ ਕੱਲ੍ਹ ਸਭ ਤੋਂ ਵੱਡਾ ਇਸ਼ੂ ਬਣਿਆ ਹੋਇਆ। ਹੁਣ ਆਪਾਂ ਦੇਖੋ ਜੇ ਆਪਾਂ ਐਡਲਟਸ ਦੀ ਵੀ ਗੱਲ ਕਰਦੇ ਹਾਂ, 1 ਮਿੰਟ ਵੀ ਆਪਾਂ ਫੋਨ ਤੋਂ ਬਿਨਾਂ ਸਰਵਾਈਵ ਨਹੀਂ ਕਰ ਸਕਦੇ। ਜਦੋਂ ਪੇਰੈਂਟਸ ਘਰ ਵਿੱਚ ਫੋਨ ਤੇ ਬੈਠੇ ਨੇ, ਦੋਨੋਂ ਪੇਰੈਂਟਸ ਫੋਨ ਤੇ ਨੇ, ਦਾਦਾ ਦਾਦੀ ਬੈਠੇ ਨੇ, ਉਹ ਆਪਣਾ ਫੋਨ ਲੈ ਕੇ ਬੈਠੇ ਨੇ, ਫਿਰ ਆਪਾਂ ਬੱਚਿਆਂ ਨੂੰ ਨਹੀਂ ਕਹਿ ਸਕਦੇ ਵੀ ਉਹਨਾਂ ਦਾ ਕਸੂਰ ਹੈ ਜੇ ਉਹਨਾਂ ਨੇ ਫੋਨ ਲਿਆ। ਸਭ ਤੋਂ ਪਹਿਲਾਂ ਸਾਨੂੰ ਦੱਸੋ ਵੀ ਜਿਹੜੇ ਛੋਟੇ ਬੱਚੇ ਨੇ ਜਾਂ ਯੰਗ ਚਿਲਡਰਨ ਨੇ, ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਡਿਸਿਪਲਿਨ ਕੀਤਾ ਜਾਏ ਫੋਨ ਯੂਸੇਜ ਨੂੰ ਲੈ ਕੇ। ਓਕੇ ਜੀ, ਸੋ ਤੁਸੀਂ ਦੇਖੋਗੇ ਨਾਟ ਓਨਲੀ ਟੀਨੇਜਰ ਕਿਡਸ ਬਟ ਯੰਗਰ ਕਿਡਸ ਆਰ ਆਲਸੋ ਗੈਟਿੰਗ ਇਨਫਲੂਐਂਸ ਵਿਥ ਐਕਸੈਸਿਵ ਫੋਨ ਯੂਸੇਜ ਦੀਸ ਡੇਜ਼। ਪਹਿਲੇ ਹੁੰਦਾ ਸੀਗਾ ਜਿਵੇਂ ਆਪਾਂ ਫੋਨ ਪ੍ਰੋਵਾਈਡ ਕਰਦੇ ਸੀ ਬੱਚਿਆਂ ਨੂੰ ਉਹਨਾਂ ਦੀ ਸੇਫਟੀ ਵਾਸਤੇ। ਅਗਰ ਉਹ ਕਿਤੇ ਬਾਹਰ ਜਾ ਰਹੇ ਆ, ਮੋਲ 'ਤੇ ਜਾ ਰਹੇ ਜਾਂ ਕਿਸੇ ਪਾਰਟੀ 'ਤੇ ਜਾ ਰਹੇ ਸੋ ਆਪਾਂ ਉਹਨਾਂ ਨੂੰ ਫੋਨ ਪ੍ਰੋਵਾਈਡ ਕਰਦੇ ਸੀਗੇ ਸੋ ਦੈਟ ਦੇ ਕੈਨ ਯੂਜ਼ ਵੈਨ ਦੇ ਵਾਂਟ ਟੂ। ਬਟ ਅੱਜ ਕੱਲ੍ਹ ਜਿਹੜਾ ਫੋਨ ਹੋ ਗਿਆ ਉਹ ਨੈਸੈਸਰੀ ਈਵਲ ਬਣ ਗਿਆ ਹੈ। ਤੁਸੀਂ ਦੇਖੋਗੇ 24 ਘੰਟੇ ਬੱਚਿਆਂ ਦੇ ਹੱਥ 'ਚ ਫੋਨ ਹੁੰਦਾ ਹੈ। ਰਾਤ ਨੂੰ ਸੌਣ ਜਾਂਦੇ ਉਸ ਟਾਈਮ ਵੀ ਬੱਚੇ ਫੋਨ ਨਾਲ ਲੈ ਕੇ ਜਾਂਦੇ ਹੈ। ਸੋ ਇਟ ਹੈਜ਼ ਬਿਕਮ ਅ ਨੈਸੈਸਰੀ ਈਵਲ। ਅਤੇ ਤੁਸੀਂ ਦੇਖੋਗੇ ਅੱਜ ਕੱਲ੍ਹ ਬੱਚੇ ਫਰੀ ਟਾਈਮ 'ਚ ਵੀ ਉਹ ਪ੍ਰੈਫਰ ਕਰਦੇ ਹੈ ਫੋਨ 'ਚ ਟਾਈਮ ਸਪੈਂਡ ਕਰਨਾ ਜਾਂ ਵੀਡੀਓ ਗੇਮਸ ਖੇਲਣਾ ਜਾਂ ਰੀਲਸ ਵਾਚ ਕਰਨਾ। ਉਸ ਟਾਈਮ ਵੀ ਬੱਚੇ ਕਾਫੀ ਜ਼ਿਆਦਾ ਫੋਨ ਯੂਸੇਜ ਕਰਦੇ ਹੈ। ਬਟ ਆਪਾਂ ਨੂੰ ਐਨਕਰੇਜ ਕਰਨਾ ਚਾਹੀਦਾ ਹੈ ਕਿ ਬੱਚੇ ਕੋਈ ਐਕਟੀਵਿਟੀ ਜੁਆਇਨ ਕਰੇ, ਕੋਈ ਸਪੋਰਟਸ ਦੇ ਵਿੱਚ ਉਹਨਾਂ ਦਾ ਮਾਇੰਡ ਇੰਗੇਜ ਹੋਣ ਜਾਂ ਕੋਈ ਆਲਟਰਨੇਟਿਵ ਪ੍ਰੋਵਾਈਡ ਕਰਨਾ ਚਾਹੀਦਾ ਹੈ। ਕਿਸ ਤਰ੍ਹਾਂ ਦੇ ਆਲਟਰਨੇਟਿਵਸ? ਓਕੇ, ਸੋ ਜਿਸ ਤਰ੍ਹਾਂ ਆਲਟਰਨੇਟਿਵ ਕੋਈ ਵੀ ਹੈਬਿਟ ਨਾਲ ਅਗਰ ਤੁਸੀਂ ਛੁਟਕਾਰਾ ਪਾਉਣਾ ਹੈ ਸੋ ਆਪਾਂ ਨੂੰ ਉਹਨਾਂ ਨੂੰ ਆਲਟਰਨੇਟਿਵ ਪ੍ਰੋਵਾਈਡ ਕਰਨਾ ਪਏਗਾ। So other options that we can provide to our child, and how can we as a parent can help in this? It's like ਹੁਣ ਤੁਸੀਂ ਦੇਖੋਗੇ ਜਿਹੜੇ ਛੋਟੇ ਬੱਚੇ ਹੈ ਜਿਹੜੇ ਤੁਸੀਂ ਉਹਨਾਂ ਨਾਲ ਬੋਰਡ ਗੇਮਸ ਪਲੇ ਕਰ ਸਕਦੇ ਹੋ, ਹੈ ਨਾ। ਅਗਰ ਬੱਚੇ ਵੱਡੇ ਹੈ ਜਾਂ ਤੁਸੀਂ ਉਹਨਾਂ ਨਾਲ ਜਿਮ ਜਾ ਸਕਦੇ ਹੋ, ਉਹਨਾਂ ਨਾਲ ਟਾਈਮ ਸਪੈਂਡ ਕਰੋ, ਵਾਕ 'ਤੇ ਜਾਣਾ ਹੈ ਇਕੱਠੇ ਤੁਸੀਂ ਜਾ ਸਕਦੇ ਹੋ, ਗਿਵ ਦੈਮ ਕੁਆਲਿਟੀ ਟਾਈਮ। ਅਤੇ ਇੱਕ ਚੀਜ਼ ਹੋਰ ਬਹੁਤ ਜ਼ਰੂਰੀ ਹੈ ਜਿਹੜੇ ਬੱਚਿਆਂ ਦੀ ਕਿ ਯੂ ਸ਼ੁੱਡ ਸੈਟ ਗੋਲ ਫॉर ਦੈਮ। ਉਹਨਾਂ ਨੇ ਅੱਗੇ ਆਪਣੀ ਲਾਈਫ ਦਾ ਕੀ ਕਰਨਾ ਹੈ ਨਾ, ਗੋਲ ਕੀ ਹੈ ਉਹਨਾਂ ਦੀ ਲਾਈਫ 'ਚ ਕੀ ਬਣਨਾ ਹੈ। ਸੋ ਵੀ ਕੈਨ ਨੈਵੀਗੇਟ ਦੈਮ ਬੇਸਡ ਔਨ ਦੈਟ। ਉਹਨਾਂ ਨੂੰ ਹੋਰ ਐਜੂਕੇਟ ਕਰੋ ਕਿ ਫੋਨ ਅਡਿਕਸ਼ਨ ਬਾਰੇ, ਉਹਨਾਂ ਦੇ ਹਾਰਮਫੁਲ ਇਫੈਕਟ ਬਾਰੇ ਤੁਸੀਂ ਉਹਨਾਂ ਨੂੰ ਐਜੂਕੇਟ ਕਰ ਸਕਦੇ ਹੋ। ਆਲਸੋ ਜਿਹੜੀ ਆਪਾਂ ਰੂਲ ਦੀ ਗੱਲ ਕਰਦੇ ਹਾਂ, ਤੁਸੀਂ ਜਿਸ ਤਰ੍ਹਾਂ ਹੁਣ ਮੈਂਸ਼ਨ ਕੀਤਾ ਹੈ ਕਿ ਬੜੇ ਵੀ ਫੋਨ ਯੂਜ਼ ਕਰਦੇ ਆ ਬੱਚਿਆਂ ਨਾਲ, ਸੋ ਸੇਮ ਰੂਲ ਅਪਲਾਈ ਹੋਣਾ ਚਾਹੀਦਾ ਹੈ ਬੱਚਿਆਂ ਦੇ ਲਈ ਵੀ ਅਤੇ ਵੱਡਿਆਂ ਦੇ ਲਈ ਵੀ। ਸਪੋਜ਼ ਅਗਰ ਡਾਇਨਿੰਗ ਟੇਬਲ 'ਤੇ ਆਪਾਂ ਸਾਰੇ ਬੈਠੇ ਹੈ ਡਿਨਰ 'ਤੇ, ਸੋ ਉਹ ਰੂਲਸ ਬੱਚਿਆਂ ਦੇ ਲਈ ਵੀ ਹੋਣਾ ਚਾਹੀਦਾ ਹੈ ਅਤੇ ਵੱਡਿਆਂ ਦੇ ਵੀ ਹੋਣਾ ਚਾਹੀਦਾ ਕਿ ਯੂ ਸ਼ੁਡਨਟ ਯੂਜ਼ ਫੋਨ ਡਿਊਰਿੰਗ ਦੈਟ ਟਾਈਮ।
ਐਂਡ ਇਹ ਇੱਕ ਹੋਰ ਚੀਜ਼ ਹੋਣੀ ਚਾਹੀਦੀ ਹੈ ਕਿ ਇਹ ਬਿਹੇਵੀਅਰ ਕੰਸਿਸਟੈਂਟ ਹੋਣਾ ਚਾਹੀਦਾ ਹੈ, ਨਾ ਕਿ ਇੱਕ ਦਿਨ ਤੁਸੀਂ ਕੀਤਾ ਮਨਾ ਤੇ ਕਰ ਨੈਕਸਟ ਦਿੱਤਾ, ਡੇ yes. ਫਿਰ ਦੁਬਾਰਾ ਉਹੀ ਬਿਹੇਵੀਅਰ ਤੁਸੀਂ। ਸੋ ਬਿਹੇਵੀਅਰ ਕੰਸਿਸਟੈਂਟ ਹੋਣਾ ਵੀ ਬਹੁਤ ਜ਼ਰੂਰੀ ਹੈ। ਇਹ ਚੀਜ਼ ਤੁਸੀਂ ਉਹ ਚੀਜ਼ ਤੁਸੀਂ ਦੇਖ ਸਕਦੇ ਹੋ। ਜੀ। ਤੇ ਬੱਚਿਆਂ ਨੂੰ ਤੁਸੀਂ ਉਹ ਵੀ ਦੱਸ ਸਕਦੇ ਹੋ ਕਿ ਐਕਸੈਸਿਵ ਫੋਨ ਯੂਸੇਜ ਕਿਵੇਂ ਬੈਡ ਹੈ ਉਹਨਾਂ ਦੇ ਲਈ। ਜਿਵੇਂ ਕਈ ਚੀਜ਼ਾਂ ਆਪਾਂ ਜਿਵੇਂ ਨੋਇੰਗ ਐਂਡ ਡੂਇੰਗ ਹੁੰਦਾ ਹੈ, ਹਨਾ। ਸੋ ਇਹਦੇ ਬਾਰੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਆਪਾਂ ਨੂੰ ਪਤਾ ਹੁੰਦਾ ਹੈ ਚੀਜ਼ਾਂ ਬਾਰੇ ਕਿ ਉਹ ਚੀਜ਼ ਸਾਡੇ ਲਈ ਠੀਕ ਨਹੀਂ ਹੈ, ਬਟ ਆਪਾਂ ਉਹ ਕੀ ਫੋਲੋ ਕਰਦੇ ਆ ਨਹੀਂ। ਹੁਣ ਫੋਨ ਯੂਸੇਜ ਆਪਾਂ ਨੂੰ ਪਤਾ ਹੈ ਕਿ ਇਟਸ ਨਾਟ ਗੁੱਡ excessive usage, but still we keep on doing that, you know, we spend most of our time on our phone. ਹੁਣ ਫੋਰ ਐਗਜ਼ਾਮਪਲ ਨੋਇੰਗ ਐਂਡ ਡੂਇੰਗ, ਨੋਇੰਗ ਜਿਹੜਾ ਹੈ ਆਪਾਂ ਨੂੰ ਪਤਾ ਹੈ ਕਿ ਬੈਲੈਂਸ ਡਾਈਟ ਹੈ ਜਿਹੜੀ ਉਹ ਸਾਡੀ ਬੋਡੀ ਦੇ ਲਈ ਚੰਗੀ ਹੁੰਦੀ ਹੈ, ਬਟ ਸਟਿਲ ਡੂ ਵੀ ਫੋਲੋ ਦੈਟ ਡਾਈਟ। ਐਵਰੀ ਡੇ ਆਪਾਂ ਜੰਕ ਵੀ ਖਾ ਲੈਂਦੇ ਹਾਂ, ਬਾਹਰੋਂ ਵੀ ਖਾ ਲੈਂਦੇ, ਸੋ ਆਪਾਂ ਉਹ ਚੀਜ਼ ਨਹੀਂ ਕਰਦੇ। ਸਿਮਿਲਰਲੀ ਲਾਈਕ ਐਕਸਰਸਾਈਜ਼ ਆਪਣੀ ਬੋਡੀ ਦੇ ਲਈ ਚੰਗੀ ਹੁੰਦੀ ਹੈ, ਪਰ ਕੀ ਆਪਾਂ ਰੋਜ਼ ਐਕਸਰਸਾਈਜ਼ ਕਰਦੇ ਹਾਂ? ਨਹੀਂ ਕਰਦੇ। ਸੋ ਆਪਾਂ ਨੂੰ ਪਤਾ ਹੈ ਨੋਇੰਗ ਐਂਡ ਡੂਇੰਗ, ਯੂ ਨੋ, ਆਪਾਂ ਨੂੰ ਪਤਾ ਹੈ ਫੋਨ ਯੂਸੇਜ ਆਪਣੇ ਲਈ ਠੀਕ ਨਹੀਂ ਹੈ, ਬਟ ਸਟਿਲ we don't follow that in our actions. ਅੱਛਾ ਜਸ਼ਮੇਸ਼, ਸਾਨੂੰ ਇਹ ਦੱਸੋ ਕਿ ਹੁਣ ਤੁਸੀਂ ਕਾਉਂਸਲਰ ਹੋ, ਤੁਸੀਂ ਇੰਨੇ ਸਾਲਾਂ ਤੋਂ ਬੱਚਿਆਂ ਦੇ ਨਾਲ ਡੀਲ ਕਰ ਰਹੇ ਹੋ। ਹੁਣ ਇੱਕ ਬੱਚਾ ਜਿਹੜਾ ਟੀਨੇਜਰ ਹੈ, ਜੇ ਆਪਾਂ ਉਹਦੀ ਗੱਲ ਕਰੀਏ, ਹੈ ਨਾ, ਬੱਚਾ ਫੋਨ ਤੇ ਹੈ, ਜਦੋਂ ਪੇਰੈਂਟਸ ਰੋਕਦੇ ਨੇ ਤਾਂ ਬੱਚੇ ਬੜੀ ਈਜ਼ੀਲੀ ਇਹ ਜਵਾਬ ਦੇ ਦਿੰਦੇ ਨੇ ਵੀ ਮੇਰੇ ਤਾਂ ਸਾਰੇ ਫਰੈਂਡਸ ਇਸ ਟਾਈਮ ਫੋਨ ਯੂਜ਼ ਕਰ ਰਹੇ ਨੇ। ਜੇ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਜਲਦੀ ਸੌਂ ਜਾਓ, ਉਹਨਾਂ ਨੇ ਕਹਿਣਾ ਮੇਰੇ ਤਾਂ ਸਾਰੇ ਫਰੈਂਡਸ ਹੀ ਇੰਨੇ ਵਜੇ ਸੌਂਦੇ ਨੇ। ਸੋ ਪੇਰੈਂਟਸ ਹੁਣ ਉੱਥੇ ਫਸ ਜਾਂਦੇ ਨੇ ਵੀ ਜਾਂ ਤਾਂ ਉਹ ਇਹ ਹੈ ਕਿ ਬਿਲਕੁਲ ਕਹਿ ਦੇਣ ਵੀ ਨਹੀਂ ਤੁਸੀਂ ਫੋਨ ਨਹੀਂ ਯੂਜ਼ ਕਰਨਾ, ਸਟ੍ਰਿਕਟ ਹੋ ਜਾਣ। ਕਿ ਉਹ ਤਰੀਕਾ ਬੈਟਰ ਰਹੇਗਾ ਸਟ੍ਰਿਕਟ ਹੋਣਾ, ਕਿ ਬੱਚੇ ਨੂੰ ਸਮਝਾਉਣਾ ਤੇ ਕਿਸ ਤਰੀਕੇ ਨਾਲ ਸਮਝਾਇਆ ਜਾਵੇ ਵੀ ਇਹ ਚੀਜ਼ ਤੁਸੀਂ ਕਿਹਾ ਵੀ ਉਹਨਾਂ ਨੂੰ ਦੱਸਿਆ ਜਾਏ ਵੀ ਨੋਇੰਗ ਐਂਡ ਡੂਇੰਗ ਦੇ ਵਿੱਚ ਫਰਕ ਹੈਗਾ। ਆਪਾਂ ਨੂੰ ਪਤਾ ਵੀ ਹੁੰਦਾ ਵੀ ਇਹ ਚੀਜ਼ ਮਾੜੀ ਹੈਗੀ, ਫਿਰ ਵੀ ਆਪਾਂ ਕਰਦੇ ਹਾਂ, ਹੈ ਨਾ। ਸੋ ਕੀ ਇਹ ਤਰੀਕਾ ਸਹੀ ਹੈ ਵੀ ਪੇਰੈਂਟਸ ਜਿਹੜੇ ਨੇ ਬਿਲਕੁਲ ਸਟ੍ਰਿਕਟ ਹੋ ਕੇ ਕਹਿ ਦੇਣ ਨਹੀਂ ਫੋਨ ਯੂਜ਼ ਨਹੀਂ ਕਰਨਾ, ਕਿ ਕਿਸੇ ਹੋਰ ਤਰੀਕੇ ਦੇ ਨਾਲ ਉਹਨਾਂ ਨੂੰ ਸਮਝਾਉਣਾ ਚਾਹੀਦਾ? ਹਾਂਜੀ, ਉਹਨਾਂ ਨੂੰ ਰਾਈਟ ਗਾਈਡੈਂਸ ਦੀ ਬਹੁਤ ਲੋੜ ਪੈਂਦੀ ਹੈ ਕਿ ਉਹਨਾਂ ਨੂੰ ਦੱਸਣਾ ਹੈ ਕਿ ਅਗਰ ਤੁਸੀਂ ਫੋਨ ਯੂਸੇਜ ਕਰਦੇ ਹੋ ਸੋ ਉਹਨਾਂ ਦੇ ਹਾਰਮਫੁਲ ਇਫੈਕਟਸ ਕੀ ਹੈ ਤੁਹਾਡੇ ਲਈ। ਐਕਸੈਸਿਵ ਫੋਨ ਯੂਸੇਜ ਨਾਲ ਕਿਹੜੇ ਹਾਰਮਫੁਲ ਇਫੈਕਟ ਤੁਹਾਡੀ ਲਾਈਫ 'ਚ ਦੇਖਣ ਨੂੰ ਮਿਲਣਗੇ। ਐਡਿਕਸ਼ਨ ਹੋ ਜਾਂਦੀ ਹੈ, ਯੂ ਨੋ, ਇਟ ਸਟ੍ਰੇਨਸ ਯੋਰ ਆਈਜ਼ ਆਲਸੋ। ਸੋ ਇਹ ਚੀਜ਼ਾਂ ਬਾਰੇ ਬੱਚਿਆਂ ਨੂੰ ਐਜੂਕੇਟ ਕਰੋ, ਕਿਉਂਕਿ ਅਗਰ ਤੁਸੀਂ ਕਿਸੇ ਚੀਜ਼ ਬਾਰੇ ਰੋਕਦੇ ਹੋ ਸੋ ਤੁਹਾਨੂੰ ਦੱਸਣਾ ਪਏਗਾ ਕਿ ਤੁਸੀਂ ਕਿਉਂ ਰੋਕ ਰਹੇ ਹੋ। ਜਸ਼ਮੇਸ਼, ਆਪਾਂ ਗੱਲ ਕਰ ਰਹੇ ਸੀ ਬੱਚਿਆਂ ਦੀ, ਸੋ ਇਫੈਕਟਿਵ ਕਮਿਊਨੀਕੇਸ਼ਨ ਵੀ ਬਹੁਤ ਜ਼ਰੂਰੀ ਹੈ। ਪੇਰੈਂਟਸ ਤੇ ਬੱਚੇ ਦਾ ਰਿਸ਼ਤਾ ਤਾਂ ਹੀ ਵਧੀਆ ਹੋਊਗਾ ਜੇ ਖੁੱਲ੍ਹ ਕੇ ਗੱਲ ਕਰਨਗੇ ਇੱਕ ਦੂਜੇ ਦੇ ਨਾਲ, ਓਪਨ ਤੇ ਓਨੈਸਟ ਜਿਹੜਾ ਟਾਕ ਹੈ ਇੱਕ ਦੂਜੇ ਦੇ ਨਾਲ, ਗੱਲਬਾਤ ਹੈ। ਜੇ ਆਪਾਂ ਕਹੀਏ ਵੀ ਪੇਰੈਂਟਸ ਤਾਂ ਆਪਣਾ ਬਿਜ਼ੀ ਨੇ, ਬੱਚਿਆਂ ਨੂੰ ਠੀਕ ਹੈ ਉਹਨਾਂ ਨੇ ਪੁੱਛ ਲਿਆ ਤੁਹਾਡਾ ਦਿਨ ਕਿਵੇਂ ਸੀਗਾ, ਬੱਚੇ ਨੇ ਕਿਹਾ ਓਕੇ, ਆਪਣੇ ਜਾ ਕੇ ਰੂਮ 'ਚ ਚਲੇ ਗਏ। ਪਰ ਪੇਰੈਂਟਸ ਤੇ ਬੱਚਿਆਂ ਦੇ ਵਿੱਚ ਇੱਕ ਹੈਲਦੀ ਰਿਲੇਸ਼ਨਸ਼ਿਪ ਦੀ ਸ਼ੁਰੂਆਤ ਹੀ ਕਮਿਊਨੀਕੇਸ਼ਨ ਦੇ ਨਾਲ ਹੋਏਗੀ। ਕਿਸ ਤਰ੍ਹਾਂ ਹੋ ਸਕਦੀ ਹੈ ਜੀ? ਓਕੇ, ਇਹ ਚੀਜ਼ ਆਪਾਂ ਦੋ ਤਰੀਕੇ ਨਾਲ ਕਰ ਸਕਦੇ ਹਾਂ ਜੀ, ਐਕਸਟਰਨਲੀ ਐਂਡ ਇੰਟਰਨਲੀ। ਸੋ ਐਕਸਟਰਨਲੀ ਤੁਸੀਂ ਕਿਵੇਂ ਕਰ ਸਕਦੇ ਹੋ, ਕਿਵੇਂ ਕ੍ਰੀਏਟ ਕਰ ਸਕਦੇ ਹੋ ਓਪਨ ਐਂਡ ਓਨੈਸਟ ਐਨਵਾਇਰਨਮੈਂਟ? ਉਹਦੇ ਲਈ ਕਨੈਕਸ਼ਨ ਬਿਲਡ ਅਪ ਕਰਨਾ ਬਹੁਤ ਜ਼ਰੂਰੀ ਹੈ ਬੱਚਿਆਂ ਨਾਲ। ਉਹ ਕਿਵੇਂ ਤੁਸੀਂ ਕਰ ਸਕਦੇ ਹੋ? ਫੈਮਿਲੀ ਟਾਈਮ ਦੇ ਕੇ, ਕੁਆਲਿਟੀ ਟਾਈਮ, ਯੂ ਨੋ, ਵੇਅਰ ਦੇ ਕੈਨ ਐਕਸਪ੍ਰੈਸ ਐਂਡ ਸ਼ੇਅਰ ਦੇਅਰ ਫੀਲਿੰਗਸ। ਸੋ ਇੱਕ ਇਹ ਵੀ ਚੀਜ਼ ਹੁੰਦੀ ਹੈ ਜਦ ਬੱਚੇ ਕੁਛ ਵੀ ਆਪਣੀ ਫੀਲਿੰਗਸ ਐਕਸਪ੍ਰੈਸ ਕਰਦੇ ਹੈ, ਸੋ ਆਪਾਂ ਉਸ ਜਿਹੜੇ ਐਕਸਪ੍ਰੈਸ਼ਨ ਆਫ ਫੀਲਿੰਗਸ ਔਰ ਥਾਟਸ ਹੈ ਉਹਨੂੰ ਐਪਰੀਸ਼ੀਏਟ ਕਰੋ, ਤੁਸੀਂ ਐਕਨੋਲੇਜ ਕਰੋ। ਠੀਕ ਹੈ, ਤੁਸੀਂ ਡਾਂਟਣਾ ਨਹੀਂ ਅਗਰ ਕੋਈ ਵੀ ਆਪਣੀ ਫੀਲਿੰਗਸ ਸ਼ੇਅਰ ਕਰਦੇ ਹੈ। ਜਿਹੜਾ ਵੈਲੀਡੇਟ ਕਰਦੇ ਹਾਂ ਆਪਾਂ ਫੀਲਿੰਗਸ, ਉਹ ਬਹੁਤ ਜ਼ਰੂਰੀ ਹੈ ਜੀ। ਠੀਕ ਹੈ, ਉਹਨਾਂ ਦੇ ਜਿਹੜੇ ਪੋਜ਼ੀਟਿਵ ਓਪੀਨੀਅਨ ਹੈ ਉਹਨਾਂ ਨੂੰ ਐਕਸੈਪਟ ਕਰੋ, ਅਤੇ ਜਿਹੜੇ ਨੈਗੇਟਿਵ ਥਾਟਸ ਉਹਨਾਂ ਦੇ ਹੈ ਉਹਨਾਂ ਨੂੰ ਐਜੂਕੇਟ ਕਰੋ ਕਿ ਉਹ ਰੀਜ਼ਨ ਦਿਓ ਕਿ ਕਿਉਂ ਗਲਤ ਹੈ। ਠੀਕ ਹੈ, ਉਹਨਾਂ ਨੂੰ ਐਕਸਪਲੇਨ ਕਰੋ ਉਹਨਾਂ ਦੇ ਇਲ ਇਫੈਕਟਸ ਕੀ ਹੈ, ਉਹਦਾ ਰੈਪਰਕਸ਼ਨ ਕੀ ਹੋ ਸਕਦਾ ਹੈ। ਸੋ ਪੋਜ਼ੀਟਿਵ ਐਂਡ ਨੈਗੇਟਿਵ ਥਾਟਸ ਦੋਨੋਂ ਵੈਲਕਮ ਹੋਣੇ ਚਾਹੀਦੇ। ਸੋ ਤੁਸੀਂ ਬਟ ਉਹਨਾਂ ਨੂੰ ਸਮਝਾ ਸਕਦੇ ਹੋ ਕਿ ਪੋਜ਼ੀਟਿਵ ਤੁਹਾਡੀ ਲਾਈਫ 'ਚ ਕਿਵੇਂ ਗੁੱਡ ਹੈ ਤੇ ਨੈਗੇਟਿਵ ਕਿਵੇਂ ਇਲ ਇਫੈਕਟਸ ਉਹਨਾਂ ਦਾ ਹੁੰਦਾ ਹੈ। ਅੱਛਾ ਜਸ਼ਮੇਸ਼, ਬਹੁਤ ਸਾਰੇ ਪੇਰੈਂਟਸ ਇਹ ਵੀ ਕਹਿੰਦੇ ਨੇ ਵੀ ਜਦੋਂ ਅਸੀਂ ਬੱਚਿਆਂ ਨਾਲ ਗੱਲ ਕਰਦੇ ਹਾਂ ਬੱਚੇ ਖੁੱਲ੍ਹ ਕੇ ਜਵਾਬ ਨਹੀਂ ਦਿੰਦੇ। ਉਹਦੇ ਲਈ ਆਈ ਥਿੰਕ ਪੇਰੈਂਟਸ ਨਾ ਬੜਾ ਈਜ਼ੀ ਟਾਰਗੇਟ ਹੁੰਦੇ ਨੇ, ਕਿਸੇ ਵੀ ਚੀਜ਼ ਲਈ ਆਪਾਂ ਪੇਰੈਂਟਸ ਨੂੰ ਬੜੀ ਜਲਦੀ ਬਲੇਮ ਕਰ ਦਿੰਦੇ ਹਾਂ। ਸੋ ਫਿਰ ਪੇਰੈਂਟਸ ਨੂੰ ਆਪਾਂ ਕਹਿ ਦਿੰਦੇ ਹਾਂ ਵੀ ਤੁਸੀਂ ਨਹੀਂ ਗੱਲਬਾਤ ਸ਼ੁਰੂ ਕਰਦੇ, ਤੁਸੀਂ ਸੇਫ ਇਨਵਾਇਰਨਮੈਂਟ ਨਹੀਂ ਬਣਾਉਂਦੇ ਜਿੱਥੇ ਬੱਚਾ ਤੁਹਾਨੂੰ ਆ ਕੇ ਆਪਣੀ ਸਾਰੀ ਗੱਲ ਖੁੱਲ੍ਹ ਕੇ ਦੱਸ ਸਕੇ। ਸੋ ਪੇਰੈਂਟਸ ਕੀ ਕਰਨ ਉਹ ਸੇਫ ਇਨਵਾਇਰਨਮੈਂਟ ਕ੍ਰੀਏਟ ਕਰਨ ਵਾਸਤੇ? ਹਾਂਜੀ, ਤੁਸੀਂ ਦੇਖੋਗੇ ਅੱਜ ਕੱਲ੍ਹ ਅਗਰ ਤੁਸੀਂ ਬੱਚਿਆਂ ਨੂੰ ਕੋਈ ਕੁਐਸਚਨ ਪੁੱਛਦੇ ਹੋ ਉਹਨਾਂ ਦਾ ਬੜਾ ਸ਼ਾਰਟ ਜਵਾਬ ਹੁੰਦਾ ਹੈ। ਅਗਰ ਤੁਸੀਂ ਪੁੱਛਦੇ ਹੋ ਹਾਊ ਵਾਜ਼ ਯਰ ਡੇ, ਉਹ ਕਹਿਣਗੇ ਗੁੱਡ, ਬਸ। ਸੋ ਇਸ ਤੋਂ ਵੱਧ ਉਹ ਕੁਝ ਕਹਿੰਦੇ ਨਹੀਂ। ਜਾਂ ਕੋਈ ਵੀ ਤੁਸੀਂ ਕੁਐਸਚਨ ਪੁੱਛਦੇ ਹੋ ਬਹੁਤ ਹੀ ਸ਼ਾਰਟ ਜਵਾਬ ਉਹਨਾਂ ਦਾ ਹੁੰਦਾ ਹੈ। ਸੋ ਬੇਸਿਕਲੀ ਇਹਦੀ
ਜਿਸ ਤਰ੍ਹਾਂ ਇਹ ਬੱਚਿਆਂ ਦਾ ਨੇਚਰ ਵੀ ਹੁੰਦਾ ਹੈ, ਦੇ ਡੋਂਟ ਟਾਕ ਟੂ ਮੱਚ। ਹਾਂ ਉਹ ਆਪਦੇ ਏਜ ਗਰੁੱਪ ਨਾਲ ਕਾਫੀ ਗੱਲਾਂ ਕਰਦੇ ਹੈ, ਬਟ ਸਟਿਲ ਪੇਰੈਂਟਸ ਨਾਲ ਥੋੜਾ ਜਿਹਾ ਸ਼ਾਰਟ ਹੀ ਰੱਖਦੇ ਕਨਵਰਸੇਸ਼ਨ। ਬਟ ਤੁਸੀਂ ਐਜ਼ ਅ ਪੇਰੈਂਟ ਤੁਹਾਨੂੰ ਆਪ ਹੀ ਪੁੱਛਣਾ ਪਏਗਾ। ਅਗਰ ਬੱਚੇ ਸ਼ਾਰਟ ਜਵਾਬ ਵੀ ਦਿੰਦੇ ਹੈ, ਸੋ ਯੂ ਹੈਵ ਟੂ ਕੀਪ ਔਨ ਆਸਕਿੰਗ ਕੁਐਸਚਨ ਵਨ ਆਫਟਰ ਦੀ ਅਦਰ। ਓਕੇ ਅੱਜ ਦਿਨ ਕਿਸ ਤਰ੍ਹਾਂ ਸੀਗਾ, ਅੱਜ ਕੀ ਕੀਤਾ, ਕੁਝ ਫਰੈਂਡਸ ਦਾ ਪੁੱਛ ਸਕਦੇ ਹੋ ਤੁਸੀਂ, ਸਕੂਲ ਕਿਸ ਤਰ੍ਹਾਂ ਚੱਲ ਰਿਹਾ ਹੈ, ਸੋ ਯੂ ਕੈਨ ਆਸਕ ਅਬਾਊਟ ਕੋਰਸ ਦਾ ਪੁੱਛ ਸਕਦੇ ਹੋ। ਸੋ ਯੂ ਹੈਵ ਟੂ ਆਸਕ ਡਿਫਰੈਂਟ ਕੁਐਸਚਨਸ ਪੁੱਛਣੇ ਪੈਣਗੇ, ਬਿਕੋਜ਼ ਤੁਹਾਨੂੰ ਪਤਾ ਹੈ ਉਹਨਾਂ ਨੇ ਜਵਾਬ ਸ਼ਾਰਟ ਹੀ ਦੇਣਾ। ਔਰ ਅੱਜ ਕੱਲ੍ਹ ਸਾਰੇ ਬੱਚਿਆਂ ਦੀ ਇਹ ਪ੍ਰੋਬਲਮ ਹੈ। ਹਾਂਜੀ ਹਾਂਜੀ, ਈਵਨ ਉਹਨਾਂ ਦੀ ਜਿਵੇਂ ਯੂ ਕੈਨ ਆਲਸੋ ਵਰਕ ਔਨ ਦ ਕਮਿਊਨੀਕੇਸ਼ਨ ਸਕਿੱਲ, ਸੋਸ਼ਲ ਸਕਿੱਲ, ਉਹਦੇ ਬਾਰੇ ਵੀ ਆਪਾਂ ਕਰ ਸਕਦੇ ਹਾਂ, ਗੱਲਬਾਤ ਕਰ ਸਕਦੇ ਹਾਂ। ਆਈ ਥਿੰਕ ਇਹੀ ਹੁੰਦਾ ਕਿ ਜਦੋਂ ਪੇਰੈਂਟਸ ਬੱਚਿਆਂ ਨੂੰ, ਔਰ ਸਾਡੇ ਬਹੁਤ ਸਾਰੇ ਲਿਸਨਰਸ ਨਾ ਇਹਦੇ ਨਾਲ ਰਿਲੇਟ ਵੀ ਕਰ ਸਕਦੇ ਨੇ, ਵੀ ਜਦੋਂ ਗੱਡੀ 'ਚੋਂ ਲੈਣ ਜਾਂਦੇ ਨੇ ਆਪਣੇ ਬੱਚਿਆਂ ਨੂੰ, ਬੱਚੇ ਕਾਰ 'ਚ ਆ ਕੇ ਬੈਠੇ ਤਾਂ ਹਰ ਪੇਰੈਂਟ ਜਿਹੜਾ ਉਹ ਪੁੱਛਦਾ ਕਿੱਦਾਂ ਰਿਹਾ ਤੁਹਾਡਾ ਦਿਨ, ਕੀ ਕੀਤਾ, ਤਾਂ ਬੜੇ ਸ਼ਾਰਟ ਆਨਸਰਸ ਨੇ। ਸੋ ਪੇਰੈਂਟਸ ਨੂੰ ਹੀ ਇਹ ਐਫਰਟ ਕਰਨਾ ਪੈਣਾ ਕਿ ਅੱਗੋਂ ਫਿਰ ਕੁਐਸਚਨ ਦੇ ਵਿੱਚੋਂ ਕੁਐਸਚਨ ਦੇ ਵਿੱਚੋਂ ਕੁਐਸਚਨ ਹੋਵੇ, ਤਾਂ ਕਿ ਉਹ ਓਪਨ ਕਮਿਊਨੀਕੇਸ਼ਨ ਜਿਹੜੀ ਹੈ ਉਹ ਹੋਵੇ। ਹਾਂਜੀ, ਸੋ ਬੱਚਾ ਵੀ ਉਹੀ ਹੈਬਿਟ ਫਿਰ ਸਿੱਖਦਾ ਹੈ। ਸੋ ਤੁਹਾਡੀ ਗੱਲ ਸਹੀ ਹੈ ਜਸ਼ਮੇਸ਼, ਕਿ ਬੱਚੇ ਆਪਣੇ ਗਰੁੱਪ ਦੇ ਵਿੱਚ, ਆਪਣੇ ਫਰੈਂਡ ਸਰਕਲ 'ਚ ਤਾਂ ਬਹੁਤ ਗੱਲਾਂ ਕਰ ਲੈਂਦੇ ਨੇ, ਪਰ ਪੇਰੈਂਟਸ ਦੇ ਨਾਲ ਜਿਹੜੀ ਕਮਿਊਨੀਕੇਸ਼ਨ ਹੈ ਉਹ ਘੱਟ ਹੈਗੀ ਹੈ। ਅੱਛਾ, ਇਹਦਾ ਕੋਈ ਰੀਜ਼ਨ ਹੈਗਾ, ਸਪੈਸੀਫਿਕ ਰੀਜ਼ਨ, ਕਿ ਕਿਉਂ ਘੱਟ ਹੈਗੀ? ਪੇਰੈਂਟਸ ਨੂੰ ਇੰਨੇ ਸ਼ਾਰਟ ਆਨਸਰ ਕਿਉਂ ਦਿੰਦੇ ਨੇ? ਇੱਕ ਏਜ ਡਿਫਰੈਂਸ ਵੀ ਆਉਂਦਾ ਹੈ, ਬਿਕੋਜ਼ ਸੇਮ ਏਜ ਦੇ ਉਹਨਾਂ ਕੋਲ ਟੌਪਿਕਸ ਹੁੰਦੇ ਗੱਲ ਕਰਨ ਦੇ ਲਈ। ਸੋ ਜਦ ਏਜ ਡਿਫਰੈਂਸ ਆ ਜਾਂਦਾ ਹੈ, ਸੋ ਉਹਨਾਂ ਨੂੰ ਟੌਪਿਕਸ ਵੀ ਨਹੀਂ ਹੁੰਦੇ ਕਿ ਕਿਹਦੇ ਬਾਰੇ ਗੱਲ ਕਰੀਏ। ਸੋ ਇੱਕ ਉਹ ਫੈਕਟਰ ਵੀ ਹੁੰਦਾ ਹੈ। ਜੀ ਓਕੇ, ਸੋ ਆਪਾਂ ਗੱਲ ਕਰ ਰਹੇ ਸੀ ਐਕਸਟਰਨਲ ਐਂਡ ਇੰਟਰਨਲ ਫੈਕਟਰ ਦੀ। ਸੋ ਐਕਸਟਰਨਲ ਫੈਕਟਰ ਦੀ ਗੱਲ ਕੀਤੀ, ਇੰਟਰਨਲ ਜਿਹੜਾ ਸਿਸਟਮ ਹੁੰਦਾ ਹੈ ਨਿਊਰੋਸੈਪਟਿਵ, ਬੇਸਿਕਲੀ ਉਹ ਹੁੰਦਾ ਹੈ the neural circuit that allows our body to register whether the environment is safe or dangerous to them. ਅਗਰ ਇਹਨੂੰ ਮੈਂ ਸਿੰਪਲ ਵਰਡਸ ਨਾਲ ਐਕਸਪਲੇਨ ਕਰਾਂ, ਸੋ our body scan the environment for the cues of safety and danger. For example, ਅਗਰ ਕੋਈ ਬੱਚਾ ਹੈ, ਉਹ ਪੇਰੈਂਟਸ ਦੀ ਗੋਦੀ 'ਚ ਸੇਫ ਫੀਲ ਕਰਦਾ ਹੈ, ਪਰ ਉਹੀ ਬੱਚਾ ਅਗਰ ਆਪਾਂ ਸਟ੍ਰੇਂਜਰ ਨੂੰ ਫੜਾ ਦਿੰਦੇ ਹਾਂ, ਸੋ ਦੈਨ ਦ ਚਾਈਲਡ ਸਟਾਰਟ ਕ੍ਰਾਈਂਗ, ਐਂਡ ਦਿਸ ਇਜ਼ ਦ ਆਟੋਮੈਟਿਕ ਬੋਡੀ ਰਿਸਪੌਂਡ ਟੂਵਰਡਸ ਦੈਟ। ਕਿੱਥੇ ਬੱਚਾ ਕਿੱਥੇ ਸੇਫ ਫੀਲ ਕਰ ਰਿਹਾ ਹੈ ਤੇ ਕਿੱਥੇ ਨਹੀਂ ਸੇਫ ਫੀਲ ਕਰ ਰਿਹਾ ਹੈ। ਸੋ ਵੀ ਹੈਵ ਟੂ ਟਰਾਈ ਟੂ ਫਾਈਂਡ ਆਊਟ ਦ ਇੰਟਰਨਲ ਫੀਲਿੰਗਸ ਆਫ ਦ ਚਾਈਲਡ ਟੂ। ਸੋ ਵੀ ਹੈਵ ਟੂ try to find if they have any trauma, any childhood trauma, ਕੋਈ happening ਹੋਈ ਉਹਨਾਂ ਦੇ ਨਾਲ, ਜਾਂ ਇਹਨਾਂ ਤੋਂ ਕੋਈ fear ਹੈ, ਕੋਈ inhibition ਹੈ ਬੱਚਿਆਂ ਦੇ, ਜਾਂ ਕਿਸੇ ਟਾਈਪ ਦੀ ਕੋਈ anxiety ਹੈ, social anxiety ਹੈ। ਇਹ ਸਾਰੇ internal factors ਹੈ ਜਿਹੜਾ ਜਿਸ ਕਰਕੇ ਬੱਚਾ ਇੰਨਾ open ਨਹੀਂ ਹੁੰਦਾ parents ਨਾਲ। So try to find out these factors too. So external and internal factor are responsible why your child is not communicating openly with the parents. And so when parents provide safe environment to kids become more open and honest, and they can communicate and express themselves freely. So try to create that safety, the predictable routine and behavior. ਜਸ਼ਮੇਸ਼, ਅਕਸਰ ਕਿਹਾ ਜਾਂਦਾ ਹੈ ਵੀ ਬੱਚੇ ਜੋ ਦੇਖਦੇ ਨੇ ਉਹੀ ਕਰਦੇ ਨੇ, ਉਹੋ ਜਿਹਾ ਬਿਹੇਵ ਕਰਦੇ ਨੇ, ਉਹੋ ਜਿਹੀਆਂ ਚੀਜ਼ਾਂ ਕਰਦੇ ਨੇ, ਉਹੋ ਜਿਹੇ ਹੀ ਬਣਦੇ ਨੇ। ਹੁਣ ਸਾਰਾ ਦਿਨ ਬੱਚਿਆਂ ਨੇ ਘਰ ਦੇ ਵਿੱਚ ਹੀ ਰਹਿਣਾ, ਔਰ ਪੇਰੈਂਟਸ ਹੀ ਸਭ ਤੋਂ ਜ਼ਿਆਦਾ ਟਾਈਮ ਬੱਚਿਆਂ ਦੇ ਨਾਲ ਸਪੈਂਡ ਕਰਦੇ ਨੇ। ਸੋ ਪੇਰੈਂਟਸ ਨੂੰ ਹੀ ਦੇਖਦੇ ਨੇ ਮੋਸਟ ਆਫ ਦਾ ਟਾਈਮ। ਨੋ ਡਾਊਟ ਟੀਚਰ ਦਾ ਵੀ ਇਨਫਲੂਐਂਸ ਹੁੰਦਾ ਉਹਨਾਂ 'ਤੇ, ਪਰ ਜ਼ਿਆਦਾ ਸਮਾਂ ਬੱਚੇ ਨੇ ਘਰ 'ਚ ਰਹਿੰਦੇ ਨੇ। ਸੋ ਇਹ ਸਹੀ ਗੱਲ ਹੈਗੀ ਹੈ ਕਿ ਬੱਚੇ ਜੋ ਦੇਖਦੇ ਨੇ ਉਹੋ ਜਿਹੇ ਹੀ ਬਣ ਜਾਂਦੇ ਨੇ? ਹਾਂਜੀ, ਬਿਲਕੁਲ 100% ਜੀ। ਸੋ ਬੱਚੇ ਕਾਫੀ ਕੁਝ ਆਪਣੇ ਪੇਰੈਂਟਸ ਤੋਂ ਸਿੱਖਦੇ ਹੈ ਜੀ, ਠੀਕ ਹੈ। ਜਿਹੜੇ ਪੇਰੈਂਟਸ ਨੂੰ ਟਰਾਈ ਕਰਨਾ ਚਾਹੀਦਾ ਹੈ ਕਿ ਬੱਚਿਆਂ ਦੇ ਰੋਲ ਮਾਡਲ ਬਣਨ, ਹੈ ਨਾ, ਇਨ ਅ ਪੋਜ਼ੀਟਿਵ ਵੇ। ਜਿਹੜਾ ਰਿਲੇਸ਼ਨਸ਼ਿਪ ਪੇਰੈਂਟ ਸ਼ੇਅਰ ਕਰਦੇ ਹੈ ਇੱਕ ਦੂਜੇ ਨਾਲ, ਸਪੋਜ਼ ਦ ਵੇ ਦੇ ਟਾਕ ਵਿਦ ਦ ਪਾਰਟਨਰ, ਜਿਹੜੇ ਹਸਬੈਂਡ ਵਾਈਫ ਹੈ ਨਾ, ਉਹਦੀ ਗੱਲ ਕਰ ਰਹੀ ਹਾਂ ਮੈਂ। ਸੋ ਉਹੀ ਚੀਜ਼ ਸੇਮ ਬੱਚੇ ਸਿੱਖਦੇ ਹੈ। ਸੋ ਅਗਰ ਜਿਹੜੇ ਪਾਰਟਨਰ ਹੈ ਉਹ ਅਬਿਊਸਿਵ ਹੁੰਦੇ ਹੈ, ਸੋ ਜਿਹੜਾ ਬੱਚਾ ਹੈ ਉਹ ਸੇਮ ਚੀਜ਼ ਰੈਪਲੀਕੇਟ ਕਰਦਾ ਹੈ ਉਹਦੇ ਬਿਹੇਵੀਅਰ 'ਚ। ਜਿਵੇਂ ਉਹ ਐਗਰੈਸਿਵ ਹੋਏਗਾ, ਅਬਿਊਸਿਵ ਹੋਏਗਾ, ਡਿਸਰਿਸਪੈਕਟਫੁਲ ਹੋਏਗਾ। ਅਤੇ ਅਗਰ ਉਹੀ ਚੀਜ਼ ਅਗਰ ਸਟਰੋਂਗ ਬੌਂਡਿੰਗ ਹੁੰਦੀ ਹੈ ਅਗਰ ਪੇਰੈਂਟਸ ਦੇ ਵਿੱਚ, ਦੋਨੋਂ ਹਸਬੈਂਡ ਵਾਈਫ ਦੇ ਵਿੱਚ, ਸੋ ਬੱਚਾ ਗੁੱਡ ਕੁਆਲਿਟੀਜ਼ ਲਰਨ ਕਰਦਾ ਹੈ, ਜਿਵੇਂ ਕੰਪੈਸ਼ਨ ਹੋ ਗਿਆ, ਲਵ, ਕੇਅਰ, ਰਿਸਪੈਕਟ, ਐਮਪੈਥੀ। ਸੋ ਇਹ ਸਾਰੀ ਕੁਆਲਿਟੀਜ਼ ਬੱਚਾ ਸਿੱਖਦਾ ਹੈ। ਸੋ ਪੇਰੈਂਟ ਦਾ ਇੱਕ ਦੂਜੇ ਨਾਲ ਜਿਹੜਾ ਰਿਲੇਸ਼ਨਸ਼ਿਪ ਹੈ ਉਹ ਵੀ ਕਾਫੀ ਜ਼ਿਆਦਾ ਮੈਟਰ ਕਰਦਾ। ਹਾਂਜੀ, ਮੈਟਰ ਕਰਦਾ ਹੈ। ਸੋ ਬੇਸਿਕਲੀ ਤੁਸੀਂ ਦੇਖੋਗੇ ਬੱਚੇ ਦੇ ਆਰ ਲਾਈਕ ਸਪੌਂਜ, ਉਹ ਗੁੱਡ ਕੁਆਲਿਟੀਜ਼ ਵੀ ਐਬਜ਼ੋਰਬ ਕਰਦੇ ਆਪਣੇ ਅੰਦਰ ਅਤੇ ਬੈਡ ਕੁਆਲਿਟੀਜ਼ ਵੀ। ਸੋ ਵੀ ਐਜ਼ ਅ ਪੇਰੈਂਟ, ਜਿਵੇਂ ਆਪਾਂ ਇਹ ਵੀ ਦੇਖਦੇ ਹਾਂ ਕਿ
ਜਿਹੜਾ ਕੁਝ ਆਪਣੇ ਪੇਰੈਂਟਸ ਉਹਨਾਂ ਦੇ ਬਚਪਨ 'ਚ ਉਹਨਾਂ ਨੂੰ ਨਹੀਂ ਮਿਲਿਆ ਹੈ, ਉਹ ਸੇਮ ਚੀਜ਼ ਪਾਸ ਔਨ ਕਰਦੇ ਆ ਆਪਣੇ ਬੱਚਿਆਂ 'ਚ, ਹੈ ਨਾ। ਅਗਰ ਉਹਨਾਂ ਦੇ ਪੇਰੈਂਟਸ ਸਟ੍ਰਿਕਟ ਸੀਗੇ ਸੋ ਉਹ ਵੀ ਸਟ੍ਰਿਕਟ ਹੁੰਦੇ ਆ ਆਪਣੇ ਬੱਚਿਆਂ ਨੂੰ ਲੈ ਕੇ, ਜਾਂ ਅਗਰ ਉਹਨਾਂ ਦੇ ਪੇਰੈਂਟਸ ਲੀਨੀਅੰਟ ਸੀਗੇ ਸੋ ਦੇ ਗਿਵ ਫਰੀडम ਟੂ ਦ ਚਾਈਲਡ। ਸੋ ਉਹ ਚੀਜ਼ ਵੀ ਕਈ ਵਾਰ ਆਪਾਂ ਦੇਖਦੇ ਹਾਂ ਕਿ ਉਹ ਚੀਜ਼ ਪਾਸ ਔਨ ਹੁੰਦੀ ਹੈ ਵਿਦ ਟੂ ਜਨਰੇਸ਼ਨ, ਹੈ ਨਾ। ਤੇ ਇਹ ਜਿਹੜਾ ਟੌਪਿਕ ਹੈ ਇਹਦਾ ਕਾਫੀ ਜਿਵੇਂ ਨਾਜ਼ੁਕ ਪਹਿਲੂ ਕਹਿ ਸਕਦੇ ਹਾਂ ਕਿ ਪੇਰੈਂਟਸ ਨੂੰ ਆਪ ਦਾ ਬਿਹੇਵੀਅਰ ਅਸੈਸ ਕਰਨਾ ਬਹੁਤ ਜ਼ਰੂਰੀ ਹੈ। ਬਿਕੋਜ਼ ਅਗਰ ਨੈਗੇਟਿਵ ਬਿਹੇਵੀਅਰ ਹੋਏਗਾ ਸੋ ਨੈਗੇਟਿਵ ਆਊਟਕਮ ਆਉਂਦਾ ਉਹਦਾ, ਪੋਜ਼ਿਟਿਵ ਬਿਹੇਵੀਅਰ ਹੋਏਗਾ ਸੋ ਪੋਜ਼ਿਟਿਵ ਆਊਟਕਮ ਆਉਂਦਾ ਹੈ। ਸੋ ਇਹ ਚੀਜ਼ ਬਹੁਤ ਇੰਪੋਰਟੈਂਟ ਹੈ ਕਿ ਪੇਰੈਂਟਸ ਨੂੰ ਆਪ ਦਾ ਦੇਖਣਾ ਚਾਹੀਦਾ ਹੈ ਕਿ ਉਹ ਕਿਸ ਤਰ੍ਹਾਂ ਇੱਕ ਰੋਲ ਮਾਡਲ ਬਣ ਸਕਦੇ ਆਪਣੇ ਬੱਚੇ ਦੇ। ਦਸ਼ਮੇਸ਼, ਕਿੱਦਾਂ ਸੈੱਟ ਕੀਤਾ ਜਾਏ ਪੋਜ਼ਿਟਿਵ ਐਟੀਟਿਊਡ ਫਿਰ? ਸੋ ਪੋਜ਼ਿਟਿਵ ਤੁਸੀਂ ਉਹਨਾਂ ਨਾਲ ਜਿਵੇਂ ਲਵ, ਉਹਨਾਂ ਨੂੰ ਸਿਖਾਓ ਗੁੱਡ ਵੈਲਿਊਜ਼ ਕੀ ਹੁੰਦੀ ਹੈ, ਕਿਵੇਂ ਰਿਸਪੈਕਟ ਕਰੀਦੀ ਹੈ, ਬੜਿਆਂ ਦੀ ਕਿਵੇਂ ਰਿਸਪੈਕਟ ਕਰਦੀ ਹੈ, ਲਵ, ਰਿਸਪੈਕਟ, ਕੇਅਰ, ਇਹ ਸਾਰੀ ਜਿਹੜੀ ਗੁੱਡ ਕੁਆਲਿਟੀਜ਼ ਹੁੰਦੀ ਹੈ ਬੱਚਿਆਂ ਨੂੰ ਸਿਖਾਓ। ਇਹ ਸਾਰਾ ਕੁਝ ਪੇਰੈਂਟਸ ਤੋਂ ਹੀ ਸਿੱਖਦਾ ਹੈ। ਬਾਕੀ ਪੇਰੈਂਟ ਜਿਸ ਤਰ੍ਹਾਂ ਬਿਹੇਵ ਕਰਦੇ ਆ, ਜਿਸ ਤਰ੍ਹਾਂ ਉਹਨਾਂ ਦੇ ਲੈਂਗੁਏਜ ਹੁੰਦੀ ਹੈ ਘਰੇ, ਉਹ ਚੀਜ਼ ਵੀ ਬੱਚਾ ਸਿੱਖਦਾ ਹੈ ਕਾਫੀ। ਸੋ ਕਾਫੀ ਜਿਹੜਾ ਮਾਹੌਲ ਜਿਹੜਾ ਘਰੋਂ ਸਟਾਰਟ ਹੁੰਦਾ ਹੈ, ਜਿਹੜੀ ਗੁੱਡ ਵੈਲਿਊਜ਼ ਆਪਾਂ ਸਿੱਖਦੇ ਹਾਂ ਘਰੋਂ ਸਟਾਰਟ ਹੁੰਦੀ ਹੈ। ਸੋ ਪੇਰੈਂਟਸ ਦਾ ਬਹੁਤ ਵੱਡਾ ਰੋਲ ਹੈ ਇਸ 'ਚ ਕਿ ਹਾਊ ਟੂ ਮੋਲਡ ਦਾ ਚਾਈਲਡ। ਜੀ, ਜਸ਼ਮੇਸ਼ ਸਿੱਧੂ ਸਾਡੇ ਨਾਲ ਨੇ ਜੀ, ਉਹਨਾਂ ਦੇ ਨਾਲ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ। ਪੋਜ਼ਿਟਿਵ ਪੇਰੈਂਟ ਚਾਈਲਡ ਰਿਲੇਸ਼ਨਸ਼ਿਪ ਕਿਹੋ ਜਿਹਾ ਹੋਣਾ ਚਾਹੀਦਾ? ਇਹ ਤਾਂ ਮੰਨਣ ਵਾਲੀ ਗੱਲ ਹੈਗੀ ਹੈ ਜਸ਼ਮੇਸ਼ ਕਿ ਐਂਡ ਤੇ ਰਿਸਪੌਂਸਿਬਿਲਿਟੀ ਪੇਰੈਂਟਸ ਦੀ ਹੀ ਬਣ ਜਾਂਦੀ ਹੈ ਹਰ ਚੀਜ਼ ਨੂੰ ਲੈ ਕੇ। ਸੋ ਪੇਰੈਂਟਸ ਨੂੰ ਹੀ ਬੱਚਿਆਂ ਨੂੰ ਉਸ ਤਰ੍ਹਾਂ ਦਾ ਐਟਮੋਸਫੀਅਰ, ਉੱਦਾਂ ਦੇ ਐਗਜ਼ਾਮਪਲਸ ਸੈੱਟ ਕਰਨੇ ਪੈਣੇ ਆ ਫੈਮਿਲੀ ਦੇ ਵਿੱਚ ਜਿੱਦਾਂ ਦਾ ਤੁਸੀਂ ਚਾਹੁੰਦੇ ਹੋ ਬੱਚਾ ਬਣੇ, ਕਿਉਂਕਿ ਅਕਸਰ ਕਿਹਾ ਜਾਂਦਾ ਕਿ ਬੱਚੇ ਜੋ ਦੇਖਦੇ ਨੇ ਉਹੀ ਬਣਦੇ ਨੇ, ਔਰ ਪੇਰੈਂਟਸ ਦਾ ਜਿਹੜਾ ਇਨਫਲੂਐਂਸ ਹੈ ਉਹ ਤਾਂ ਸਭ ਤੋਂ ਜ਼ਿਆਦਾ ਹੁੰਦਾ। ਹਾਂਜੀ, ਇੱਕ ਚੀਜ਼ ਮੈਂ ਇੱਥੇ ਹੋਰ ਐਡ ਕਰਨਾ ਚਾਹੂੰਗੀ ਕਿ you have to treat them as you want them to treat you. Basically, what you reap is what you sow. ਜਿਹੜਾ ਤੁਸੀਂ ਬੀਜ ਬੋਗੇ ਉਹੀ ਖੱਟੋਗੇ। ਸੋ ਜਿਸ ਤਰ੍ਹਾਂ ਦੀ ਪਰਵਰਿਸ਼ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਆਪਣੇ ਕਿ ਉਹ ਤੁਹਾਨੂੰ ਟਰੀਟ ਕਰਨ, ਸੇਮ ਵੇ ਨਾਲ ਤੁਹਾਨੂੰ ਆਪਣੇ ਬੱਚਿਆਂ ਨੂੰ ਵੀ ਟਰੀਟ ਕਰਨਾ ਪਏਗਾ। there should be nurturing and caring environment. ਜਿਹੜੀ ਫੈਮਿਲੀ ਬੌਂਡਿੰਗ ਹੈ ਉਹ ਬਹੁਤ ਜ਼ਰੂਰੀ ਹੈ ਜੀ। ਅੱਜ ਕੱਲ੍ਹ ਆਪਾਂ ਕੀ ਕਰਦੇ ਹਾਂ, ਬੱਚਿਆਂ ਨੂੰ ਪਿਆਰ ਕਿਸ ਤਰ੍ਹਾਂ ਦਿਖਾਉਂਦੇ ਹਾਂ? ਬਾਈ ਬਾਇੰਗ ਦੈਮ ਮਟੀਰੀਅਲ ਥਿੰਗਸ, ਜਿਵੇਂ ਫੋਨ ਲੈ ਕੇ ਦਿੱਤਾ, ਲੈਪਟਾਪ ਦਿੱਤਾ ਨਾ, ਵੀਡੀਓ ਗੇਮਸ ਦੇਤੀ। ਦਿਸ ਇਜ਼ ਨਾਟ ਹਾਊ ਵੀ ਕੈਨ ਸ਼ੋ ਆਰ ਲਵ। ਆਪਾਂ ਲਵ ਦੂਜੇ ਤਰੀਕੇ ਨਾਲ ਵੀ ਸ਼ੋਅ ਕਰ ਸਕਦੇ ਹਾਂ, ਜਿਵੇਂ ਉਹਨਾਂ ਨੂੰ ਕੁਆਲਿਟੀ ਟਾਈਮ ਦੇਣਾ, ਇਕੱਠੇ ਵਿਕੇਸ਼ਨ 'ਤੇ ਜਾਣਾ, ਇੱਕ ਉਹ ਕਨੈਕਸ਼ਨ ਅਤੇ ਬੌਂਡਿੰਗ ਬਣਦੀ ਹੈ ਬੱਚਿਆਂ ਨਾਲ। ਫਿਰ ਉਹਨਾਂ ਨੂੰ ਨਰਚਰ ਕਰਨਾ ਵਿਥ ਲਵ ਐਂਡ ਕੇਅਰ, ਉਹਨਾਂ ਦੀ ਫੀਲਿੰਗਸ ਨੂੰ ਐਕਨੋਲੇਜ ਕਰਨਾ, ਸੇਫ ਇਨਵਾਇਰਮੈਂਟ ਪ੍ਰੋਵਾਈਡ ਕਰਨਾ। ਇਹ ਸਾਰੀ ਚੀਜ਼ਾਂ ਵੀ ਜਿਹੜੀ ਇਟਸ ਵੈਰੀ ਇੰਪੋਰਟੈਂਟ ਫॉर ਦ ਚਾਈਲਡਸ ਗਰੋਥ ਐਂਡ ਡਿਵੈਲਪ। ਜਸ਼ਮੇਸ਼, ਬੱਚਿਆਂ ਨੂੰ ਅਕਸਰ ਨਾ ਸਾਨੂੰ ਬਹੁਤ ਕਾਲਸ, ਮੈਸੇजेस ਆਉਂਦੇ ਨੇ। ਅਸੀਂ ਕਈ ਵਾਰੀ ਅੱਗੇ ਵੀ ਓਪਨ ਲਾਈਨ ਟਾਕ ਸ਼ੋ ਜਦੋਂ ਕੀਤਾ, ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਬੱਚਿਆਂ ਨੂੰ ਜੇ ਇੱਕ ਗਰੁੱਪ 'ਚ ਬਿਠਾ ਦਿੱਤਾ ਜਾਵੇ। ਸਾਡੇ ਇੱਕ ਲਿਸਨਰ ਸੀ, ਉਹ ਕਹਿੰਦੇ ਮੈਂ ਬੱਚਿਆਂ ਨੂੰ ਇੱਕ ਪਾਰਟੀ 'ਤੇ ਲੈ ਕੇ ਗਿਆ ਅਤੇ ਕਹਿੰਦੇ ਅਸੀਂ 7-8 ਫੈਮਲੀਜ਼ ਦਾ ਗਰੁੱਪ ਸੀਗਾ ਅਤੇ ਬੱਚੇ ਸੀਗੇ ਸਭ ਦੇ, ਇੱਕ 2-2 ਬੱਚੇ, ਅਤੇ ਕਹਿੰਦੇ ਉਹਨਾਂ ਨੂੰ ਇੱਕ ਰੂਮ 'ਚ ਬਿਠਾਤਾ, ਸਭ ਕੋਲ ਸਭ ਫੋਨ 'ਤੇ ਲੱਗੇ ਹੋਏ ਸੀ। ਕਹਿੰਦੇ ਮੈਂ ਨੀਚੇ ਗਿਆ ਥੀਏਟਰ ਰੂਮ ਦੇ ਵਿੱਚ ਅਤੇ ਮੈਂ ਉਹਨਾਂ ਨੂੰ ਕਿਹਾ ਜਾ ਕੇ ਕਿ ਤੁਸੀਂ ਗੱਲ ਨਹੀਂ ਕਰ ਰਹੇ ਆਪਸ ਦੇ ਵਿੱਚ? ਕਿਸੇ ਨੇ ਗੱਲ ਨਹੀਂ ਕੀਤੀ। ਕਹਿੰਦੇ ਮੈਂ ਸਭ ਦੇ ਫ਼ੋਨ ਨੰਬਰ ਸ਼ੇਅਰ ਕਰਵਾ ਦਿੱਤੇ ਉਹਨਾਂ ਨੂੰ, ਅਤੇ ਟੈਕਸਟ 'ਤੇ ਉਹਨਾਂ ਨੇ ਇੰਨੀਆਂ ਗੱਲਾਂ ਕੀਤੀਆਂ ਜਿਹੜੇ ਬੱਚੇ ਚੁੱਪ-ਚਾਪ ਬੈਠੇ ਸੀ। ਹੁਣ ਇਹ ਨਾ ਬੜੀ ਕਾਮਨ ਪ੍ਰੋਬਲਮ ਬਣ ਗਈ ਕਿ ਜਦੋਂ ਤੁਸੀਂ ਟੀਨੇਜਰ ਬੱਚਿਆਂ ਨੂੰ ਦੇਖੋਗੇ, ਉਹ ਫੋਨ 'ਤੇ ਗੱਲ ਕਰਨ ਤੋਂ ਝਿਜਕਦੇ ਨੇ, ਕਮਿਊਨੀਕੇਸ਼ਨ ਇੱਕ ਦੂਜੇ ਨਾਲ ਕਰਨ ਤੋਂ ਝਿਜਕਦੇ ਨੇ। ਲੇਕਿਨ ਜੇ ਉਹਨਾਂ ਨੂੰ ਫੋਨ ਦੇ ਦਿਓ ਅਤੇ ਕਹੋ ਵੀ ਤੁਸੀਂ ਇੰਸਟਾਗ੍ਰਾਮ 'ਤੇ ਗੱਲ ਕਰ ਲਓ, ਸਨੈਪਚੈਟ 'ਤੇ ਗੱਲ ਕਰ ਲਓ, ਮੈਸੇजेस 'ਚ ਗੱਲ ਕਰ ਲਓ, ਉਹ ਬੜੀ ਈਜ਼ੀਲੀ ਗੱਲ ਕਰ ਲੈਂਦੇ ਨੇ। ਇਹਦਾ ਕੀ ਰੀਜ਼ਨ ਹੈ? ਜੇ ਬੱਚਿਆਂ ਨੂੰ ਆਪਾਂ ਕੰਫਰਟੇਬਲ ਕਰਨਾ ਹੈ ਇੱਕ ਸੋਸ਼ਲ ਗੈਦਰਿੰਗ ਦੇ ਵਿੱਚ, ਤਾਂ ਕੀ ਕੀਤਾ ਜਾਏ? ਹਾਂਜੀ, ਸੋ ਇਹਦੇ ਲਈ ਹੁੰਦਾ ਹੈ ਜਿਵੇਂ ਬੱਚੇ ਜ਼ਿਆਦਾ ਇੰਟਰੈਕਟ ਕਰਨਾ ਨਹੀਂ ਪਸੰਦ ਕਰਦੇ, ਉਹ ਟੈਕਸਟਿੰਗ ਜ਼ਿਆਦਾ ਕਰਦੇ ਹਨ ਜਿਸ ਤਰ੍ਹਾਂ ਤੁਸੀਂ ਕਿਹਾ। ਸੋ ਇਹਦੇ ਲਈ ਬਹੁਤ ਜ਼ਰੂਰੀ ਹੈ ਟੂ ਫਾਈਂਡ ਆਊਟ ਫਿਊ ਥਿੰਗਸ। ਪਹਿਲੇ ਚੀਜ਼ ਹੁੰਦਾ ਹੈ ਕਿ ਬੱਚੇ ਦੀ ਪਰਸਨੈਲਿਟੀ ਕਿਸ ਤਰ੍ਹਾਂ ਦੀ ਹੈ, ਕਿ ਉਹ ਸ਼ਾਏ ਹੈ, ਕਿ ਉਹ ਜ਼ਿਆਦਾ ਇੰਟਰੋਵਰਟ ਹੈ, ਜ਼ਿਆਦਾ ਗੱਲਬਾਤ ਨਹੀਂ ਕਰਦਾ। ਇੱਕ ਪਰਸਨੈਲਿਟੀ ਦਾ ਵੀ ਹੁੰਦਾ ਹੈ ਬੱਚੇ ਦਾ। ਸੈਕੰਡ ਥਿੰਗ ਹੈ ਜਿਹੜੀ ਤੁਸੀਂ ਫਾਈਂਡ ਆਊਟ ਕਰ ਸਕਦੇ ਹੈ ਕਿ ਉਹਦਾ ਰੀਜ਼ਨ ਕੀ ਹੈ ਬਿਹਾਈਂਡ ਦ ਹੈਜ਼ੀਟੇਸ਼ਨ, ਕਿ ਉਹ ਕਿਉਂ ਨਹੀਂ ਗੱਲਬਾਤ ਕਰਨਾ ਪਸੰਦ ਕਰਦਾ, ਜ਼ਿਆਦਾ ਚੁੱਪ ਕਿਉਂ ਰਹਿੰਦਾ ਹੈ। ਸੋ ਰੀਜ਼ਨ ਫਾਈਂਡ ਆਊਟ ਕਰਨਾ। ਸੋ ਰੀਜ਼ਨ ਕੁਡ ਬੀ ਇੰਟਰਨਲ ਫੈਕਟਰ ਆਲਸੋ ਔਰ ਐਕਸਟਰਨਲ ਫੈਕਟਰ ਆਲਸੋ। ਐਂਡ ਤੁਸੀਂ ਫਾਈਂਡ ਆਊਟ ਕਰ ਸਕਦੇ ਕਿ ਉਹਨੂੰ ਕੋਈ ਸੋਸ਼ਲ ਐਂਗਜ਼ਾਇਟੀ ਤਾਂ ਨਹੀਂ ਹੈ। ਸੋ ਸੋਸ਼ਲ ਐਂਗਜ਼ਾਇਟੀ ਹੋਏ ਬੱਚਿਆਂ ਨੂੰ, ਤਾਂ ਕਰਕੇ ਵੀ ਬੱਚਾ ਜ਼ਿਆਦਾ ਗੱਲਬਾਤ ਖੁੱਲ੍ਹ ਕੇ ਗੱਲਬਾਤ ਨਹੀਂ ਕਰਦਾ ਹੈ। ਐਂਡ ਕਈ ਵਾਰ ਆਪਾਂ ਬੱਚੇ ਨੂੰ ਫੋਰਸ ਕਰਦੇ ਹਾਂ ਕਿ ਟੂ ਬਿਕਮ ਸੋਸ਼ਲ,
ਕਿ ਜਾ ਕੇ ਤੁਸੀਂ ਬੈਠੋ ਗੱਲਬਾਤ ਕਰੋ ਵਿਚ ਇਜ਼ ਵੀ ਵਾਂਟ ਆਰ ਚਾਈਲਡ ਟੂ ਬਿਕਮ ਲਾਈਕ ਦੈਟ। ਉਹ ਐਜ਼ ਅ ਪੈਰੈਂਟ ਆਪਣੀ ਸੋਚਣੀ ਬਿਲਕੁਲ ਠੀਕ ਹੈ, ਬਟ ਕਈ ਵਾਰ ਇਹ ਚੀਜ਼ ਬੱਚੇ ਫੀਲ ਕਰਦੇ ਹੈ ਕਿ ਸਾਡੇ ਪੇਰੈਂਟਸ ਸਾਨੂੰ ਫੋਰਸ ਕਰ ਰਹੇ ਹੈ, ਜਦ ਕਿ ਉਹਨਾਂ ਦੇ ਕੁਆਲਿਟੀ ਨਹੀਂ ਹੁੰਦੀ, ਉਹਨਾਂ ਦੇ ਅੰਦਰੋਂ ਹੀ ਦੇ ਆਰ ਹੈਜ਼ੀਟੈਂਟ, ਉਹਨਾਂ ਦੇ ਕਮਿਊਨੀਕੇਸ਼ਨ ਸਕਿੱਲਸ ਇੰਨੀ ਡਿਵੈਲਪ, ਉਹ ਇੰਨਾ ਕੰਫਰਟੇਬਲ ਨਹੀਂ ਫੀਲ ਕਰਦੇ ਹੈ। ਜਿਸ਼ਮੇਸ਼, ਮੈਂ ਤੁਹਾਨੂੰ ਇੰਟਰਪਟ ਕਰੂੰਗੀ, ਤੁਸੀਂ ਇਹ ਜਿਹੜੀ ਗੱਲ ਕਹੀ ਹੈ ਨਾ ਵੀ ਫੋਰਸ ਕਰਦੇ ਆ ਪੇਰੈਂਟਸ, ਅਕਸਰ ਸਾਡੀਆਂ ਪੰਜਾਬੀ ਫੈਮਿਲੀਜ਼ ਦੇ ਵਿੱਚ ਇਹ ਦੇਖਿਆ ਜਾਂਦਾ ਵੀ ਘਰ ਦੇ ਵਿੱਚ ਜਦੋਂ ਕੋਈ ਗੈਸਟ ਆਇਆ ਤੇ ਪੇਰੈਂਟਸ ਅਕਸਰ ਕਹਿੰਦੇ ਆ ਵੀ ਤੁਸੀਂ ਆਣਾ ਹੈ, ਤੁਸੀਂ ਸਤਿ ਸ਼੍ਰੀ ਅਕਾਲ ਕਰਨੀ ਹੈ, ਤੁਸੀਂ ਉੱਥੇ ਬਹਿਣਾ ਹੈ, ਤੇ ਬੱਚੇ ਉਹ ਚੀਜ਼ ਨਹੀਂ ਲਾਈਕ ਕਰਦੇ। ਫਿਰ ਹੁੰਦਾ ਕੀ ਹੈ ਅਕਸਰ, ਜੇ ਆਪਾਂ ਆਪਣੇ ਘਰਾਂ ਦੇ ਵਿੱਚ ਵੀ ਦੇਖੀਏ, ਬੱਚੇ ਆਪਣੇ ਰੂਮ 'ਚ ਨੇ, ਗੈਸਟ ਆਏ, ਪੇਰੈਂਟਸ ਨੇ ਬੁਲਾਇਆ, ਬੱਚੇ ਥੱਲੇ ਆਏ, ਵਿਸ਼ ਕੀਤੀ, ਫਿਰ ਆਪਣੇ ਰੂਮ 'ਚ ਚਲੇ ਗਏ। ਜੇ ਪਹਿਲਾਂ ਦੇ ਜ਼ਮਾਨੇ ਦੀ ਗੱਲ ਕਰੀਏ ਨਾ, ਇਦਾਂ ਨਹੀਂ ਹੁੰਦਾ ਸੀ। ਜੇ ਅਸੀਂ ਆਪਣੀ ਗੱਲ ਕਰੀਏ, ਅਸੀਂ ਵਿੱਚ ਬਹਿੰਦੇ ਸੀ ਗੈਸਟ ਦੇ, ਅਸੀਂ ਗੱਲਾਂ ਬਾਤਾਂ ਕਰਦੇ ਸੀਗੇ। ਸੋ ਹੁਣ ਮਾਹੌਲ ਬੜਾ ਚੇਂਜ ਹੋ ਚੁੱਕਿਆ। ਹਾਂਜੀ, ਇਹ ਚੀਜ਼ ਡੈਫੀਨੇਟਲੀ ਹੁਣ ਦੇਖਣ ਨੂੰ ਮਿਲਦੀ ਹੈ ਕਿ ਅੱਜ ਕੱਲ੍ਹ ਸਪੈਸ਼ਲੀ ਇੱਥੇ ਕੈਨੇਡਾ ਕਾਫੀ ਕਾਮਨ ਹੈ ਕਿ ਬੱਚੇ ਬੈਠਦੇ ਨਹੀਂ ਹੈ ਫੈਮਿਲੀ ਨਾਲ, ਹੈ ਨਾ। ਉਹ ਮੋਸਟਲੀ ਪ੍ਰੈਫਰ ਕਰਦੇ ਹੈ ਕਿ ਜਿਸ ਸਤਿ ਸ਼੍ਰੀ ਅਕਾਲ ਬੁਲਾ ਕੇ ਉੱਪਰ ਜਾ ਕੇ ਆਪਣੇ ਰੂਮ 'ਚ ਜਾ ਕੇ ਬੈਠ ਕੇ ਨਾ। ਸੋ ਇੱਕ ਚੀਜ਼ ਜਿਹੜੀ ਇਹਦਾ ਮੇਨ ਫੈਕਟਰ ਹੈ ਉਹ ਹੈ ਏਜ ਡਿਫਰੈਂਸ ਕਨਵਰਸੇਸ਼ਨ, ਜਿਹਨੂੰ ਆਪਾਂ ਕਹਿੰਦੇ ਹਾਂ। ਬੱਚੇ ਇਸ 'ਚ ਅਨਕੰਫਰਟੇਬਲ ਫੀਲ ਕਰਦੇ ਹੈ। ਕਈ ਵਾਰ ਹੁੰਦਾ ਜਦ ਬੱਚੇ ਆਪਦੇ ਏਜ ਗਰੁੱਪ ਨਾਲ ਜ਼ਿਆਦਾ ਕੰਫਰਟੇਬਲੀ ਕਨਵਰਸ ਕਰ ਸਕਦੇ ਹੈ, ਗੱਲਬਾਤ ਕਰਦੇ ਹੈ, ਬਟ ਅਗਰ ਏਜ ਡਿਫਰੈਂਸ ਆ ਗਿਆ, ਜਿੱਥੇ ਸਪੋਜ਼ ਕੋਈ ਬਜ਼ੁਰਗ ਬੈਠੇ ਹੈ, ਸੋ ਜਾਂ ਕੋਈ ਵੱਡੇ ਬੈਠੇ ਹੈ, ਸੋ ਉਹਨਾਂ ਨਾਲ ਉਹਨਾਂ ਨੂੰ ਪਤਾ ਹੀ ਨਹੀਂ ਕਿ ਗੱਲ ਕੀ ਕਰਨੀ ਹੈ, ਕਿ ਟੌਪਿਕ ਕਿਹੜੇ ਟੌਪਿਕ 'ਤੇ ਗੱਲ ਕਰੀਏ। ਸੋ ਜਦ ਉਹਨਾਂ ਨੂੰ ਇਹ ਚੀਜ਼ ਪਤਾ ਨਹੀਂ ਹੁੰਦੀ ਹੈ, ਸੋ ਉਹ ਪ੍ਰੈਫਰ ਕਰਦੇ ਹੈ ਕਿ ਮੈਂ ਗੱਲ ਹੀ ਨਾ ਕਰਾਂ, ਸੋ ਉਹ ਚੀਜ਼ ਅਵੋਇਡ ਕਰਦੇ ਹੈ। ਸੋ ਬੱਚਿਆਂ ਨੂੰ ਸਾਨੂੰ ਐਜੂਕੇਟ ਕਰਨਾ ਚਾਹੀਦਾ ਹੈ ਕਿ ਐਜ਼ ਅ ਪੇਰੈਂਟ ਕਿ ਹਾਊ ਟੂ ਹੈਵ ਦੈਟ ਕਮਿਊਨੀਕੇਸ਼ਨ ਸਕਿੱਲਸ, ਜਿਹੜੀ ਸੋਸ਼ਲ ਸਕਿੱਲਸ ਇਹਨਾਂ ਦੀ ਕਮਿਊਨੀਕੇਸ਼ਨ ਸਕਿੱਲਸ 'ਤੇ, ਉਸ 'ਤੇ ਕੰਮ ਕਰਨਾ ਬਹੁਤ ਜ਼ਰੂਰੀ ਹੈ। ਉਹਨਾਂ ਨੂੰ ਦੱਸਣਾ ਪਏਗਾ ਕਿ ਜਦ ਤੁਸੀਂ ਬੜਿਆਂ ਨਾਲ ਗੱਲ ਕਰ ਸਕਦੇ ਹੋ, ਤੁਸੀਂ ਇਸ ਟੌਪਿਕ 'ਤੇ ਗੱਲ ਕਰੋ, ਉਹਨਾਂ ਦੀ ਸਿਹਤ ਬਾਰੇ ਪੁੱਛ ਸਕਦੇ ਹੋ, ਉਹਨਾਂ ਦੇ ਜਿਵੇਂ ਇੰਟਰਸਟ ਬਾਰੇ ਪੁੱਛ ਸਕਦੇ ਹੋ, ਕਿਸ ਤਰ੍ਹਾਂ, ਸੋ ਤੁਸੀਂ ਕਿਵੇਂ ਟਾਈਮ ਪਾਸ ਕਰਦੇ ਹੋ। ਸੋ ਦੇਰ ਆਰ ਸੋ ਮੈਨੀ ਥਿੰਗਸ ਦੈਟ ਵੀ ਕੈਨ ਟਾਕ ਅਬਾਊਟ। ਉਸ ਚੀਜ਼ ਦੇ ਲਈ ਐਡੂਕੇਟ ਕਰੋ ਬੱਚਿਆਂ ਨੂੰ। ਤੇ ਉੱਥੇ ਫਿਰ ਪੇਰੈਂਟਸ ਦੀ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ ਜਾਂ ਗੈਸਟ ਦੀ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜੇ ਆਪਾਂ ਚਾਹੁੰਦੇ ਹਾਂ ਵੀ ਬੱਚੇ ਨੂੰ ਆਪਾਂ ਕੰਫਰਟੇਬਲ ਫੀਲ ਕਰਾਈਏ, ਬੱਚਾ ਸਾਡੇ ਨਾਲ ਬੈਠੇ, ਫਿਰ ਉਹਨਾਂ ਨੂੰ ਉਸ ਤਰ੍ਹਾਂ ਦੇ ਕੁਐਸਚਨਸ ਪੁੱਛੇ ਜਾਣ, ਜਾਂ ਉਹਨਾਂ ਦੇ ਨਾਲ ਜਦੋਂ ਗੱਲਬਾਤ ਹੈਗੀ ਹੈ ਉਸ ਤਰੀਕੇ ਦੀ ਸ਼ੁਰੂ ਕੀਤੀ ਜਾਏ ਜਿਹੜੀ ਉਹਨਾਂ ਦੇ ਲੈਵਲ ਦੀ ਹੋਵੇ, ਉਹਨਾਂ ਦੇ ਇੰਟਰਸਟ ਦੀ ਹੋਵੇ। ਹਾਂਜੀ। ਸੋ ਏਜ ਰਿਲੇਟਡ ਹੋਣੀ ਚਾਹੀਦੀ ਹੈ। ਕਈ ਵਾਰ ਇਹੋ ਜਿਹੇ ਟੌਪਿਕਸ ਹੈ ਜਿਹੜੇ ਬੱਚਿਆਂ ਨੂੰ ਨੌਲੇਜ ਨਹੀਂ ਹੈ, ਸੋ ਅਗਰ ਆਪਾਂ ਉਸ ਦਾ ਕੁਐਸਚਨ ਕੋਈ ਪੁੱਛਾਂਗੇ ਤਾਂ ਉਹਨਾਂ ਨੂੰ ਜਵਾਬ ਨਹੀਂ ਹੋਏਗਾ, ਫਿਰ ਦੇ ਪ੍ਰੈਫਰ ਟੂ remain quiet। ਜੀ। ਐਂਡ ਇੱਕ ਚੀਜ਼ ਹੋਰ ਹੁੰਦੀ ਹੈ ਕਿ ਆਪਾਂ ਨੂੰ ਐਕਸਪਲੋਰ ਕਰਨਾ ਉਹਨਾਂ ਦੀ ਫੀਲਿੰਗਸ ਅਟੈਚ ਵਿਦ ਦੀਜ਼ ਐਪਰੀਹੈਂਸ਼ਨਸ, ਕਿ ਉਹਨਾਂ ਦੀ ਕਿਉਂ ਉਹ ਚੁੱਪ ਰਹਿੰਦੇ ਹੈ, ਕਿ ਉਹਨਾਂ ਦੀ ਪਰਸਨੈਲਿਟੀ ਦਾ ਪਾਰਟ ਹੈ ਜਾਂ ਕੋਈ ਇਹੋ ਜਿਹੀ ਹੈਜ਼ੀਟੇਸ਼ਨ ਹੈ ਅਗਰ ਅੰਦਰ, ਤੇ ਉਹ ਕੀ ਚੀਜ਼ ਹੈ। ਸੋ ਉਹ ਐਕਸਪਲੋਰ ਕਰਨਾ ਵੀ ਬਹੁਤ ਜ਼ਰੂਰੀ ਹੈ ਨਾ। ਅਗਰ ਉਹ ਲੈਕ ਕਰਦੇ ਹੈ ਸੋਸ਼ਲ ਸਕਿੱਲਸ 'ਤੇ, ਉਹਨਾਂ ਦੀ ਨਹੀਂ ਹੈ ਸੋਸ਼ਲ ਸਕਿੱਲਸ ਇੰਨੀ, ਸੋ ਆਪਾਂ ਵਰਕ ਕਰ ਸਕਦੇ ਹਾਂ ਥਰੂ ਕਾਉਂਸਲਿੰਗ ਕਿ ਉਹਨਾਂ ਦੀ ਵੀ ਕੈਨ ਪੋਲਿਸ਼ ਦੈਟ ਸੋਸ਼ਲ ਸਕਿੱਲਸ ਸੋ ਦੈਟ ਦੇ ਬਿਕਮ ਮੋਰ ਕੌਨਫੀਡੈਂਟ ਇਨ ਦੇਅਰ ਕਨਵਰਸੇਸ਼ਨ। ਸੋ ਇਹ ਕੌਨਫੀਡੈਂਸ ਬਿਲਡਅਪ ਆਪਾਂ ਨੂੰ ਕਰਨਾ ਚਾਹੀਦਾ ਹੈ। ਜੋ ਅਗਰ ਈਵਨ ਵੀ ਹੈਵ ਟੂ ਰੀਇਨਫੋਰਸ ਦ ਚਾਈਲਡ, ਜਿਵੇਂ ਅਗਰ ਬੱਚੇ ਬੈਠਦੇ ਹੈ ਸਾਰਿਆਂ ਨਾਲ ਫੈਮਲੀ ਨਾਲ, ਸੋ ਆਪਾਂ ਨੂੰ ਬੱਚਿਆਂ ਨੂੰ ਇਹ ਚੀਜ਼ ਕਹਿਣੀ ਚਾਹੀਦੀ ਹੈ ਕਿ ਇਟਸ ਵੈਰੀ ਗੁੱਡ, ਮਤਲਬ ਸਾਨੂੰ ਚੰਗਾ ਲੱਗਿਆ ਕਿ ਤੂੰ ਸਾਡੇ ਨਾਲ ਆ ਕੇ ਬੈਠਿਆ ਹੈ, ਇੱਕ ਉਹ ਜਿਹੜਾ ਰੀਇਨਫੋਰਸ ਹੁੰਦਾ ਹੈ, ਉਹ ਬੱਚਿਆਂ ਨੂੰ ਨਾਈਸ ਫੀਲ ਹੁੰਦਾ ਹੈ ਕਿ ਹਾਂ ਪੇਰੈਂਟਸ ਨੇ ਅਪਰੀਸ਼ੀਏਟ, ਨੈਕਸਟ ਟਾਈਮ ਹੀ ਵਿਲ ਮੇਕ ਐਨ ਐਫਰਟ ਟੂ ਸਿਟ ਐਂਡ ਟਾਕ। ਸੋ ਇੱਕ ਉਹ ਚੀਜ਼ ਵੀ ਹੁੰਦੀ ਹੈ। ਇੱਕ ਹੋਰ ਚੀਜ਼ ਮੈਂ ਦੇਖੀ ਹੈ, ਬੱਚਿਆਂ ਨੂੰ ਇਹ ਚੀਜ਼ ਬਹੁਤ ਹੁੰਦਾ ਹੈ ਕਿ ਲੋਕੀ ਉਹਨਾਂ ਨੂੰ ਜੱਜ ਕਰਨਗੇ ਅਗਰ ਕੁਛ ਉਹਨਾਂ ਨੇ ਇਹੋ ਜਿਹੀ ਗੱਲ ਕਰਤੀ ਜਾਂ ਟੌਪਿਕ ਬਾਰੇ ਅਗਰ ਉਹਨਾਂ ਨੂੰ ਨੌਲੇਜ ਨਹੀਂ ਹੈ। ਸੋ ਫੀਅਰ ਆਫ ਜਜਮੈਂਟ ਜਿਹੜਾ ਹੁੰਦਾ ਹੈ ਕਿ ਕੀ ਕਹਿਣਗੇ ਮੇਰੇ ਬਾਰੇ, ਸੋ ਉਸ ਚੀਜ਼ ਕਰਕੇ ਵੀ ਬੱਚਿਆਂ ਨੂੰ ਹੈਜ਼ੀਟੇਸ਼ਨ ਹੁੰਦੀ ਹੈ, ਤਾਂ ਬੱਚੇ ਅਵੋਇਡ ਕਰਦੇ ਹੈ। ਸੋ ਜਸ਼ਮੇਸ਼, ਕਈ ਵਾਰੀ ਇਹ ਵੀ ਹੁੰਦਾ ਵੀ ਬੱਚਿਆਂ ਨੂੰ ਨਾ ਆਪਾਂ ਛੋਟੀਆਂ ਗੱਲਾਂ ਤੇ ਪਿਕ ਕਰਨਾ ਸ਼ੁਰੂ ਕਰ ਦਿੰਦੇ ਹਾਂ, ਹੈ ਨਾ। ਕਿਸੇ ਬੱਚੇ ਦਾ ਵੇਟ ਜ਼ਿਆਦਾ, ਉਹਨੂੰ ਕਹਤਾ ਤੂੰ ਜ਼ਿਆਦਾ ਨਾ ਖਾਇਆ ਕਰ। ਜੇ ਕੋਈ ਬੱਚਾ ਸਕਿਨੀ ਹੈ, ਪਤਲਾ, ਉਹਨੂੰ ਕਹਤਾ ਤੂੰ ਰੋਟੀ ਜ਼ਿਆਦਾ ਖਾਇਆ ਕਰ। ਕਿਸੇ ਦੀ ਹਾਈਟ ਛੋਟੀ ਹੈ, ਤੇਰੇ ਨਾਲ ਦੇ ਤਾਂ ਬਹੁਤ ਲੰਬੇ ਨੇ। ਇਹ ਸਹੀ ਗੱਲ ਹੈ? ਨਹੀਂ ਜੀ, ਮੇਰੇ ਹਿਸਾਬ ਨਾਲ ਇਹ ਬਿਲਕੁਲ ਗਲਤ ਹੈ ਜੀ। ਜਿਹੜਾ ਵਰਡ ਹੁੰਦਾ ਨਾ ਕੰਪੈਰੀਜ਼ਨ, ਇਹ ਚੀਜ਼ ਬੱਚਿਆਂ 'ਚ ਬਿਲਕੁਲ ਨਹੀਂ ਹੋਣੀ ਚਾਹੀਦੀ ਹੈ। ਇਹਦੇ ਨਾਲ ਬੱਚਿਆਂ ਦਾ ਜਿਹੜਾ ਲੈਕ ਆਫ ਸੈਲਫ ਕੌਨਫੀਡੈਂਸ ਦਿਸ ਇਜ਼ ਦ ਰੀਜ਼ਨ ਫॉर दैट। ਹਾਂਜੀ, ਸੋ ਜਦ ਆਪਾਂ ਕੰਪੇਅਰ ਕਰਦੇ ਹਾਂ ਕਿ ਉਹ ਬੱਚਾ ਸਟੱਡੀਜ਼ 'ਚ ਜ਼ਿਆਦਾ ਚੰਗੇ ਨੰਬਰ ਲੈ ਕੇ ਆਉਂਦਾ ਹੈ, ਜਾਂ ਉਹ ਲੁੱਕ ਵਾਈਜ਼ ਜ਼ਿਆਦਾ ਚੰਗਾ ਹੈ, ਉਹ ਪਤਲਾ ਹੈ, ਉਹ ਮੋਟਾ ਹੈ, ਸੋ
ਬੱਚੇ ਦੀ ਨਾ ਸਾਈਕੋਲੋਜੀ ਤੇ ਕਾਫੀ ਇਫੈਕਟ ਪੈਂਦਾ ਇਸ ਗੱਲ ਦਾ। ਸੋ ਆਪਾਂ ਨੂੰ ਐਜ਼ ਅ ਪੇਰੈਂਟ ਇਹ ਚੀਜ਼ ਬਿਲਕੁਲ ਅਵੋਇਡ ਕਰਨੀ ਚਾਹੀਦੀ ਹੈ ਕਿ ਕੰਪੈਰੀਜ਼ਨ ਨਾ ਕਰੇ ਬੱਚੇ ਦਾ। ਪਰ ਹੁੰਦਾ ਕੀ ਹੈ ਕਿ ਸਾਡੇ ਘਰਾਂ ਦੇ ਵਿੱਚ ਅਕਸਰ ਮੈਂ ਖੁਦ ਚੀਜ਼ ਦੇਖੀ ਹੈ ਜਸ਼ਮੇਸ਼, ਕਿ ਜਿਹੜੇ ਨਾਨਾ ਨਾਨੀ ਨੇ ਜਾਂ ਦਾਦਾ ਦਾਦੀ ਨੇ ਉਹ ਨਾ ਕੰਸਰਨ ਦਿਖਾਉਂਦੇ ਨੇ ਆਪਣਾ ਕਿ ਤੂੰ ਜ਼ਿਆਦਾ ਖਾਇਆ ਕਰ, ਤੂੰ ਜੇ ਮਤਲਬ ਮੋਟਾ ਹੈ ਤਾਂ ਉਹਨੂੰ ਕਹਿ ਦੇਣਾ ਤੂੰ ਘੱਟ ਖਾਇਆ ਕਰ, ਤੈਨੂੰ ਥੋੜਾ weight ਘਟਾਉਣ ਦੀ ਲੋੜ ਹੈ। ਉਹ ਪਿਆਰ ਨਾਲ ਕਹਿ ਰਹੇ ਹੁੰਦੇ ਨੇ, ਉਹ ਆਪਣਾ ਕੰਸਰਨ ਸ਼ੋ ਕਰ ਰਹੇ ਹੁੰਦੇ ਨੇ, ਪਰ ਬੱਚੇ ਗੁੱਸਾ ਕਰਦੇ ਨੇ ਇਸ ਗੱਲ ਦਾ। ਸੋ ਕਿਵੇਂ ਟੈਕਲ ਕੀਤਾ ਜਾਏ ਸਿਚੁਏਸ਼ਨ? ਬੇਸਿਕਲੀ ਇਸ ਦਾ ਐਕਸਪ੍ਰੈਸ਼ਨ ਉਹ ਜਿਹੜੇ ਉਹਨਾਂ ਦਾ ਜਿਹੜਾ ਐਕਸਪ੍ਰੈਸ਼ਨ ਹੈ ਇਟ ਇਜ਼ ਆਊਟ ਆਫ ਕੰਸਰਨ ਹੈ ਨਾ। ਬਟ ਬੱਚਾ ਕਈ ਵਾਰ ਇਹਨੂੰ ਦੂਜੇ ਪਾਸੇ ਲੈ ਲੈਂਦਾ ਹੈ ਕਿ ਇਹ ਮੈਨੂੰ ਬੋਡੀ ਸ਼ੇਮਿੰਗ ਕਰ ਰਹੇ ਨੇ। ਬਿਲਕੁਲ। ਬਟ ਇਟ ਇਜ਼ ਨਾਟ ਲਾਈਕ ਦੈਟ। ਉਹਨਾਂ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਹੈ ਕਿ ਦੇ ਆਰ ਸੇਇੰਗ ਦੈਟ ਜਸਟ ਆਊਟ ਆਫ ਕੰਸਰਨ। ਇਹ ਚੀਜ਼ ਆਪਾਂ ਬੱਚੇ ਨੂੰ ਸਮਝਾ ਸਕਦੇ ਹਾਂ ਕਿ ਉਹ ਆਪਣੇ ਦਾਦਾ ਦਾਦੀ ਜੀ ਹੈ, ਉਹ ਆਪਣੀ ਪਿਆਰ ਸ਼ੋ ਕਰਦੇ हैं। हाँ जी। सो ਇਹਦੇ ਲਈ ਕਹਿ ਰਹੇ ਹਾਂ। ਸੋ ਉਹ ਚੀਜ਼ ਬੱਚਿਆਂ ਨੂੰ ਥੋੜੀ ਸਮਝਾਉਣੀ ਚਾਹੀਦੀ ਜੀ। ਜਸ਼ਮੇਸ਼ ਸਾਨੂੰ ਦੱਸੋ ਵੀ ਰਾਈਟ ਐਂਡ ਰੋਂਗ ਇਹਦੇ ਵਿੱਚ ਡਿਫਰੈਂਸ ਕਿਵੇਂ ਬੱਚਿਆਂ ਨੂੰ ਸਮਝਾਇਆ ਜਾਵੇ? ਹਾਂਜੀ। ਸੋ ਇਹਦਾ ਮੈਂ ਐਕਸਪਲੇਨ ਕਰਨਾ ਚਾਹਾਂਗੀ ਇੱਕ ਐਗਜ਼ਾਮਪਲ ਨਾਲ, ਜਿਹੜਾ ਵਿਚ ਇਜ਼ ਵੈਰੀ ਕਾਮਨ ਥੀਸ ਡੇਜ਼, ਜਿਹੜਾ ਬੁਲਿੰਗ ਹੁੰਦੀ ਹੈ ਬੱਚਿਆਂ ਦੇ ਸਕੂਲ 'ਚ। So ਜਿਹੜਾ bullying ਹੈ, it has become a trend among kids these days. Kids bully to feel superior and powerful. So and when they want to seek attention, they bully. So for this reason, we need to check their environment around. ਕਿ ਉਹਨਾਂ ਦੇ ਕੋਈ ਇਹੋ ਜਿਹੇ ਅਨਮੈਟ ਨੀਡਸ ਹੈਗੀ, ਕੋਈ ਸਾਈਕੋਲੋਜੀਕਲ ਨੀਡਸ ਹੈ ਜਿਹੜੀ ਅਨਮੈਟ ਹੈ। ਫੋਰ ਐਗਜ਼ਾਮਪਲ ਹੈਜ਼ any of the family member has passed away recently, ਜਾਂ abusive parents ਹੈਗੇ, ਕੋਈ physical violence ਹੋਈ ਹੈ ਉਹਨਾਂ ਨਾਲ, ਬੱਚਿਆਂ ਨੂੰ ਕਿਵੇਂ ਟਰੀਟ ਕਰਦੇ ਹੈ ਘਰੇ। ਸੋ is the child feeling helpless at home? ਸੋ ਇਹ ਸਾਰੇ ਜਿਹੜੇ environmental factor ਹੈ ਉਹ ਵੀ ਕਾਫੀ important role play ਕਰਦੇ ਹੈ ਕਿ ਬੱਚੇ ਕਿਉਂ ਕਰਦੇ ਹੈ bully. So and we have also seen to gain that power back, they do these kind of negative activities, which makes them feel that they can control. So as a parent sanu ek positive and supportive environment dena chahiਦਾ ਹੈ ਬੱਚਿਆਂ ਨੂੰ। ਜਿਹੜੇ ਬੱਚੇ ਹੈ ਉਹਨਾਂ ਨੂੰ ਅਗਰ ਬੁਲੀ ਹੋ ਰਹੇ ਹੈ ਸਕੂਲ 'ਚ, ਸੋ ਉਹਨਾਂ ਨੂੰ ਸੀਕ ਕਰਨਾ ਚਾਹੀਦਾ ਹੈ ਪੈਰੈਂਟ ਸਪੋਰਟ, ਟੀਚਰਸ, ਕਾਉਂਸਲਰਸ, ਫਰੈਂਡਸ ਜਾ ਕੇ ਦੱਸਣ ਕਿ ਸਾਨੂੰ ਇਹ ਪ੍ਰੋਬਲਮ ਆ ਰਹੀ ਹੈ। ਉਹਨਾਂ ਨੂੰ ਐਜ਼ ਅ ਪੇਰੈਂਟ ਆਪਾਂ ਉਹਨਾਂ ਨੂੰ ਵੈਲਿਊ ਆਫ ਲਾਈਫ ਟੀਚ ਕਰ ਸਕਦੇ ਹਾਂ, ਡਿਫਰੈਂਸ ਬਿਟਵੀਨ ਰਾਈਟ ਐਂਡ ਰੋਂਗ ਫॉर them, ਹੈ ਨਾ, ਐਥੀਕਲੀ, ਮੋਰਲੀ, ਸੋਸ਼ਲੀ ਕੀ ਉਹਨਾਂ ਦੇ ਲਈ ਗਲਤ ਹੈ, ਕੀ ਠੀਕ ਹੈ, ਇਹ ਬੱਚਿਆਂ ਨੂੰ ਤੁਸੀਂ ਸਿਖਾਓ। ਉਹਨਾਂ ਨੂੰ ਇਹ ਸਿਖਾਓ ਕਿੱਥੇ ਨੂੰ ਕਹਿਣਾ ਹੈ ਅਗਰ ਬੁਲਿੰਗ ਹੋ ਰਹੀ ਹੈ ਉਹਨਾਂ ਨਾਲ, ਉਹਨਾਂ ਦੀ ਬਾਉਂਡਰੀਜ਼ ਕੀ ਹੈ। ਸੋ ਇਹ ਸਾਰੀ ਚੀਜ਼ਾਂ ਦੀ ਨੌਲੇਜ ਵੀ ਬੱਚਿਆਂ ਨੂੰ ਬਹੁਤ ਜ਼ਰੂਰੀ ਹੈ ਦੇਣੀ ਕਿ ਅਗਰ ਇਸ ਟਾਈਪ ਦੀ ਬੁਲੀ ਹੁੰਦੀ ਹੈ ਸਕੂਲ 'ਚ, ਸੋ ਉਹ ਜਾ ਕੇ ਜ਼ਰੂਰ ਦੱਸਣ, ਪੇਰੈਂਟਸ ਨੂੰ ਦੱਸਣ ਜਿਨ੍ਹਾਂ ਨਾਲ ਉਹ ਕਲੋਜ਼ ਫੀਲ ਕਰਦੇ ਹੈ, ਉਹਨਾਂ ਨਾਲ ਸ਼ੇਅਰ ਕਰਨ। ਸੋ ਇਸ ਤਰ੍ਹਾਂ you can provide these moral and principle to a child. ਅੱਛਾ, ਇੱਕ ਗੱਲ ਕਰਾਂਗੇ ਜਸ਼ਮੇਸ਼, ਐਕੈਡੈਮਿਕ ਪ੍ਰੈਸ਼ਰ ਦੀ। ਹੁਣ ਬੈਕ ਟੂ ਸਕੂਲ ਸ਼ੁਰੂ ਹੋਇਆ, 1 ਮਹੀਨਾ ਹੋ ਗਿਆ, ਬੱਚਿਆਂ ਜਿਹੜੇ ਨੇ ਸਮਰ ਵਕੇਸ਼ਨ 'ਚ ਤਾਂ ਬਿਲਕੁਲ ਹੀ ਪੜ੍ਹਾਈ ਭੁੱਲ ਜਾਂਦੇ ਨੇ, ਰਾਈਟ। ਉਸ ਤੋਂ ਬਾਅਦ ਫਿਰ ਜਦੋਂ ਵੱਡੀਆਂ ਕਲਾਸਾਂ 'ਚ ਜਾਣਾ, ਖਾਸ ਤੌਰ 'ਤੇ ਜਿਹੜੇ ਟੀਨੇਜਰਸ ਨੇ 10th 11th 12th, ਐਕੈਡੈਮਿਕ ਪ੍ਰੈਸ਼ਰ ਬਹੁਤ ਆ ਬੱਚਿਆਂ ਦੇ ਉੱਤੇ। ਉਹਦੇ ਨਾਲ ਕਿਵੇਂ ਉਹਨਾਂ ਨੂੰ ਸਪੋਰਟ ਕੀਤਾ ਜਾ ਸਕਦਾ? ਪੇਰੈਂਟਸ ਕੀ ਕਰ ਸਕਦੇ ਨੇ? ਇਹ ਚੀਜ਼ ਆਪਾਂ ਘਰੋਂ ਸਟਾਰਟ ਕਰ ਸਕਦੇ ਹਾਂ ਬਾਈ ਕ੍ਰੀਏਟਿੰਗ ਅ ਪੋਜ਼ਿਟਿਵ ਸਪੋਰਟਿਵ ਐਨਵਾਇਰਨਮੈਂਟ ਐਟ ਹੋਮ। ਇਸ ਤੋਂ ਇਲਾਵਾ ਆਪਾਂ ਫੋਕਸ ਕਰ ਸਕਦੇ ਹਾਂ ਕਿ ਡਿਫਰੈਂਟ ਫੈਕਟਰਸ, ਜਿਹੜਾ ਟਾਈਮ ਮੈਨੇਜਮੈਂਟ ਹੋ ਗਿਆ, ਪ੍ਰਾਇਰਟਾਈਜ਼ਿੰਗ ਦੇਅਰ ਵਰਕ ਹੋ ਗਈ, ਆਰਗੇਨਾਈਜ਼ਿੰਗ ਸਕਿੱਲਸ ਹੁੰਦੀ ਹੈ, ਆਰਗੇਨਾਈਜੇਸ਼ਨ ਸਕਿੱਲਸ, ਉਹਨਾਂ ਦੇ ਰੂਟੀਨ ਫਿਕਸਿੰਗ ਦੇ ਰੂਟੀਨ, ਉਹਨਾਂ ਦੇ ਸਕਰੀਨ ਟਾਈਮ ਮੋਨੀਟਰ ਕਰਨਾ, ਲੈਸ ਸਕਰੀਨ ਟਾਈਮ ਹੋਏ, ਜਿਵੇਂ ਜ਼ਿਆਦਾ ਟਾਈਮ ਵੀਡੀਓ ਗੇਮਸ 'ਤੇ ਨਾ ਸਪੈਂਡ ਕਰਨ। ਐਂਡ ਈਵਨ ਸਪੋਰਟ ਫਰੋਮ ਪੇਰੈਂਟਸ, ਟੀਚਰਸ, ਕਾਉਂਸਲਰਸ, ਇਹ ਵੀ ਕਰ ਸਕਦੇ ਹਾਂ। ਆਲਸੋ ਯੂ ਕੈਨ ਆਸਕ ਦੈਮ ਅਬਾਊਟ ਦ ਲਾਈਫ, ਕਿ ਉਹਨਾਂ ਦੇ ਲਾਈਫ 'ਚ ਕੀ ਚੱਲ ਰਿਹਾ ਹੈ, ਕਿ ਉਹ ਜ਼ਿਆਦਾ ਅਕੈਡਮਿਕ ਪ੍ਰੈਸ਼ਰ ਫੀਲ ਕਰਦੇ ਹੈ, ਉਹਨਾਂ ਦੀ ਸਟੱਡੀਜ਼ ਕਿਸ ਤਰ੍ਹਾਂ, ਅਸਾਈਨਮੈਂਟਸ ਜ਼ਿਆਦਾ ਪ੍ਰੈਸ਼ਰ ਫੀਲ ਕਰਦੇ ਹੈ। ਸੋ ਦੇ ਕੈਨ ਐਕਸਪ੍ਰੈਸ ਦੇ ਵਾਂਟਸ ਐਂਡ ਨੀਡਸ ਕਿ ਕਿਸ ਤਰ੍ਹਾਂ ਉਹ ਫੇਸ ਕਰ ਰਹੇ ਹੈ, ਐਂਡ ਆਲਸੋ ਬੇਸਡ ਔਨ ਦ ਇੰਟੈਲੀਜੈਂਸ ਲੈਵਲ। ਕਈ ਵਾਰ ਹੁੰਦਾ ਹੈ ਬੱਚਾ ਇੰਨਾ ਇੰਟੈਲੀਜੈਂਟ ਨਹੀਂ ਹੁੰਦਾ, ਬਟ ਆਪਾਂ ਐਕਸਪੈਕਟ ਕਰਦੇ ਹਾਂ ਉਹ ਕਾਫੀ ਹਾਈ ਮਾਰਕਸ ਲੈ ਕੇ ਆਉਣ। ਇਸ ਚੀਜ਼ ਬਾਰੇ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਪਣੇ ਬੱਚਾ ਕਿੰਨਾ ਕੁ ਇੰਟੈਲੀਜੈਂਟ ਹੈ, ਕਿੰਨੀ ਐਕਸਪੈਕਟੇਸ਼ਨਸ ਰੱਖਣੀ ਚਾਹੀਦੀ ਹੈ।
Also, we should give importance to their interest and strengths, you know, their capability, potentials ਜਿਹੜੇ ਬੱਚਿਆਂ ਦੇ ਹੁੰਦੇ ਹੈ ਕਿ ਕਿਸ ਚੀਜ਼ 'ਚ ਉਹਨਾਂ ਦਾ ਇੰਟਰਸਟ ਹੈ. We should also keep in mind with academic pressure comes stress and anxiety. ਨਾ ਆਪਾਂ ਸਿਰਫ ਇਹ ਦੇਖਦੇ ਹਾਂ ਬੱਚਿਆਂ ਦੀ ਪੜ੍ਹਾਈ ਬਟ ਆਪਾਂ ਉਹ ਚੀਜ਼ ਉਹਨਾਂ ਨੂੰ ਸਾਈਕੋਲੋਜੀਕਲ ਇਮੋਸ਼ਨਲੀ ਮੈਂਟਲੀ ਕਿਵੇਂ ਇਫੈਕਟ ਕਰਦੀ ਆ ਆਪਾਂ ਉਹ ਐਸਪੈਕਟ ਭੁੱਲ ਜਾਂਦੇ ਹਾਂ, ਉਹ ਇਗਨੋਰ ਕਰਦੇ ਹਾਂ. ਸੋ ਆਪਾਂ ਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਜਦ ਅਕੈਡਮਿਕ ਪ੍ਰੈਸ਼ਰ ਹੁੰਦਾ ਹੈ ਬੱਚਿਆਂ ਨਾਲ ਸੋ ਸਟਰੈਸ ਵੀ ਉਹਨਾਂ ਨੂੰ ਹੁੰਦੀ ਹੈ, ਐਂਗਜ਼ਾਈਟੀ ਫੀਲ ਕਰਦੇ ਹੈ. ਕਈ ਬੱਚਿਆਂ ਨੂੰ ਐਂਗਜ਼ਾਈਟੀ ਅਟੈਕਸ, ਪੈਨਿਕ ਅਟੈਕ ਜਾਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਦੇ ਫੀਲ ਐਂਟਰਸ. ਸੋ ਇਹ ਸਾਰੇ ਫੈਕਟਰਸ ਹੋ ਰਹੇ ਹੈ. ਸੋ ਸਾਨੂੰ ਇਹ ਚੀਜ਼ ਦੀ ਵੀ ਨੌਲੇਜ ਹੋਣੀ ਚਾਹੀਦੀ ਹੈ ਕਿ ਅਗਰ ਇਹ ਚੀਜ਼ ਹੈ ਦੈਨ ਵੀ ਸ਼ੁੱਡ ਵਰਕ ਔਨ ਦੈਮ ਕਿ ਇਹ ਚੀਜ਼ ਨੂੰ ਰਿਡਿਊਸ ਕਿਵੇਂ ਕਰੇ ਜਾਏ ਫॉर देयर ਮੈਂਟਲ ਵੈਲਬੀਇੰਗ, ਯੂ ਨੋ. ਐਂਡ ਵੀ ਕੈਨ ਆਲਸੋ ਹੈਲਪ them with their psychological need. ਜਿਵੇਂ ਉਹ ਕਿਵੇਂ ਆਪਾਂ ਹੈਲਪ ਕਰ ਸਕਦੇ ਹਾਂ ਥਰੂ ਮਾਈਂਡਫੁਲਨੈਸ ਐਕਸਰਸਾਈਜ਼. ਸੋ ਵੀ ਕੈਨ ਮੇਕ them feel present at the moment. ਐਂਡ ਇਸ ਤੋਂ ਇਲਾਵਾ ਜਿਵੇਂ ਬੱਚਿਆਂ ਨੂੰ ਆਪਾਂ ਗੇਮਸ ਹੁੰਦੇ ਐਜ਼ ਅ ਇੰਟਰਵੈਂਸ਼ਨ ਆਪਾਂ ਯੂਜ਼ ਕਰ ਸਕਦੇ ਹਾਂ. ਮੈਮੋਰੀ ਗੇਮਸ ਹੋ ਗਏ, ਫੋਕਸ ਜਿਹਦੇ ਨਾਲ ਥੋੜ੍ਹਾ ਫੋਕਸ ਐਨਹਾਂਸ ਹੁੰਦਾ ਹੈ, ਜਿਵੇਂ ਚੈਸ ਹੋ ਗਿਆ. ਸੋ ਇਸ ਟਾਈਪ ਦੇ ਗੇਮਸ ਬੱਚਿਆਂ ਨੂੰ ਐਨਕਰੇਜ ਕਰ ਕਿ ਇਸ ਟਾਈਪ ਦੇ ਪਲੇ ਕਰਨ ਸੋ ਦੈਟ ਯੂ ਨੋ ਇੱਕ ਉਹਨਾਂ ਦੀ ਫੋਕਸ ਤੇ ਮੈਮਰੀ 'ਤੇ ਵੀ ਕੰਮ ਕਰਦਾ ਐਟ ਦ ਸੇਮ ਟਾਈਮ ਇਟਸ ਗੁੱਡ ਫॉर them. ਈਵਨ ਆਪਾਂ ਬੱਚਿਆਂ ਦੀ ਹੁਣ ਅਗਰ ਐਂਗਜ਼ਾਈਟੀ ਸਟਰੈਸ ਉਹ ਫੀਲ ਕਰਦੇ ਹਾਂ ਬੱਚਾ ਡਿਊ ਟੂ ਅਕੈਡਮਿਕ ਪ੍ਰੈਸ਼ਰ ਸੋ ਆਪਾਂ ਰਿਲੈਕਸੇਸ਼ਨ ਐਕਸਰਸਾਈਜ਼ ਬੱਚਿਆਂ ਦੇ ਲਈ ਸੁਜੈਸਟ ਕਰਦੇ ਹਾਂ. ਈਵਨ ਕਈ ਵਾਰ ਬੱਚੇ ਹੁਣ ਟੀਨੇਜਰਸ ਨੂੰ ਮਿਊਜ਼ਿਕ ਪਸੰਦ ਹੈ ਸੋ ਅਗਰ ਬੱਚਿਆਂ ਨੂੰ ਲੱਗਦਾ ਹੈ ਕਿ ਟੂ ਮਚ ਆਫ ਪ੍ਰੈਸ਼ਰ ਪੈ ਰਿਹਾ ਸੋ ਦੇ ਕੈਨ ਟੇਕ ਅ ਬ੍ਰੇਕ, ਜਿਵੇਂ ਥੋੜ੍ਹਾ ਜਿਹਾ ਮਿਊਜ਼ਿਕ ਸੁਣ ਸਕਦੇ ਹਾਂ ਸੋ ਦੈਟ ਦੇ ਫੀਲ ਲਿਟਲ ਲਾਈਟਰ. ਉਹ ਈਵਨ ਮੈਡੀਟੇਟ ਵੀ ਕਰ ਸਕਦੇ ਹਾਂ ਅਗਰ ਬੱਚੇ ਉਹ ਲਾਈਕ ਕਰਦੇ ਹੈ. ਸੋ ਬੇਸਡ ਔਨ ਵਾਟ ਦ ਚਾਈਲਡ ਵਾਂਟਸ ਟੂ ਰਿਲੀਵ ਦੈਟ ਸਟਰੈਸ ਸੋ ਵੀ ਸ਼ੁੱਡ ਵਰਕ ਔਨ ਦੈਟ, ਯੂ ਨੋ. And एक चीज़ हो रहा है another way for supporting with academic pressure is by adaptive distraction. And for example grounding technique हो गई. Grounding technique होती है like to make them feel more relaxed and feel present at the moment. And like for example 5 things that you can see, 4 things like you can touch, 3 things you can hear, smell, so a grounding technique ਦਾ part ਹੁੰਦਾ so that we are making them aware of their surrounding. you know, breathing technique ਕਰੋ ਅਗਰ anxiety feel ਹੁੰਦੀ ਹੈ, box breathing ਹੁੰਦੀ ਹੈ and breathing technique ਨਾਲ ਵੀ that helps them to calm down. mindful exercises use ਕਰ ਸਕਦੇ ਹੋ. this is another way of adaptive you know distractions. and ਇੱਕ ਹੋਰ ਇਹਦੇ ਲਈ ਤੁਸੀਂ ਕਰ ਸਕਦੇ ਹੋ you can ask the kids to take break in between studies to refresh their mind. you know they can take water break or loo break ਕਿਉਂਕਿ ਅਗਰ consistent ਹੁੰਦਾ ਅਗਰ ਤੁਸੀਂ ਕਾਫੀ ਘੰਟੇ ਲਗਾਤਾਰ ਪੜ੍ਹ ਰਹੇ ਹੋ ਉਹ ਵੀ ਕਾਫੀ ਪ੍ਰੈਸ਼ਰ ਬੱਚਿਆਂ ਦੇ ਮਾਈਂਡ 'ਚ ਬਣਾਉਂਦਾ ਹੈ. ਸੋ ਤੁਸੀਂ ਬ੍ਰੇਕ ਲਓ, ਥੋੜਾ ਟਾਈਮ ਦੇ ਲਈ ਬ੍ਰੇਕ ਲੈਣਾ ਬਹੁਤ ਜ਼ਰੂਰੀ ਹੈ ਟੂ ਰਿਫਰੈਸ਼ ਦਾ ਮਾਈਂਡ. ਠੀਕ ਹੈ. ਇੱਕ ਹੋਰ ਚੀਜ਼ ਜਿਹੜੀ ਆਪਾਂ ਡਿਸਕਸ ਕੀਤੀ ਸੀ, ਕੰਪੈਰੀਜ਼ਨ ਨਹੀਂ ਹੋਣਾ ਚਾਹੀਦਾ ਬੱਚਿਆਂ ਨਾਲ, ਹੈ ਨਾ. ਦਿਸ ਇਜ਼ ਅਨਦਰ ਥਿੰਗ. ਦੂਜੇ ਬੱਚਿਆਂ ਨਾਲ ਦੂਜੇ ਬੱਚੇ ਸਟੱਡੀਜ਼ ਦੇ ਵਿੱਚ ਕਾਫੀ ਚੰਗੇ ਮਾਰਕਸ ਲੈ ਕੇ ਆਉਂਦੇ ਹੈ ਸੋ ਆਪਦੇ ਬੱਚੇ ਨਹੀਂ ਇੰਨਾ ਕਰ ਰਹੇ ਸੋ ਉਹ ਕੰਪੈਰੀਜ਼ਨ ਨਹੀਂ ਹੋਣਾ ਚਾਹੀਦਾ. ਆਪਾਂ ਨੂੰ ਆਪਦੇ ਬੱਚੇ ਦੀ ਕੇਪੇਬਿਲਿਟੀ ਦੇ ਸਟਰੈਂਥ ਦੇ ਲਈ ਯੂ ਨੋ ਉਹਨਾਂ ਨੂੰ ਐਨਕਰੇਜ ਕਰਨਾ ਚਾਹੀਦਾ ਕਿ ਵਾਟ ਐਵਰ ਦੇ ਆਰ ਡੂਇੰਗ ਵੀ ਵਿਲ ਸਪੋਰਟ ਯੂ ਐਂਡ ਯੂ ਆਰ ਡੂਇੰਗ ਗੁੱਡ ਇਨ ਦਿਸ. ਸੋ knowing about your strength and what they are capable is very important. So your child may not be good in writing, but he may be good in reciting, you know, speaking. ਜਾਂ ਜਿਵੇਂ ਮਾਡਲ ਬਣਾਉਂਦੇ ਕੋਈ ਅਸਾਈਨਮੈਂਟ ਮਿਲਿਆ ਸਾਇੰਸ ਦਾ ਜਾਂ ਸੋ ਉਹ ਮਾਡਲ ਬਣਾਉਣ ਨੂੰ ਅਸਾਈਨਮੈਂਟ ਦੇ ਉਹਦੇ ਲਈ ਜ਼ਿਆਦਾ ਚੰਗਾ ਹੈ ਜਾਂ ਉਹਨੂੰ ਪੇਂਟਿੰਗ ਪਸੰਦ ਹੈ ਸੋ ਉਹਦੀ ਸਟਰੈਂਥ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿਸ ਫੀਲਡ 'ਤੇ ਕਿਹੜੇ ਫੀਲਡ 'ਤੇ ਉਹ ਜ਼ਿਆਦਾ ਚੰਗਾ ਪਰਫਾਰਮ ਕਰਦਾ ਹੈ, ਯੂ ਨੋ. ਐਂਡ ਕਈ ਵਾਰ ਇਹ ਵੀ ਦੇਖਿਆ ਹੈ ਕਿ ਯੋਰ ਚਾਈਲਡ ਮੇ ਨਾਟ ਬੀ ਗੁੱਡ ਇਨ ਮੈਥ ਬਟ ਹੀ ਮੇ ਬੀ ਗੁੱਡ ਇਨ ਸਾਇੰਸ. ਸੋ ਉਹਦਾ ਇੰਟਰਸਟ ਏਰੀਆ ਕਿਹੜੇ ਸਬਜੈਕਟ ਵੱਲ ਜ਼ਿਆਦਾ ਹੈ. ਸੋ ਯੂ ਨੋ ਵੀ ਕੈਨ ਐਨਕਰੇਜ ਹਿਮ ਕਿ ਓਕੇ ਇਟਸ ਓਕੇ ਵੀ ਕੈਨ ਸਪੋਰਟ ਯੂ ਔਨ ਦੈਟ ਬਟ ਯੂ ਆਰ ਡੂਇੰਗ ਗ੍ਰੇਟ ਇਨ the other subject which is very good. So encouragement karna bachyan nu. Even giving them opportunity to explore their interest area. Agar jis tarah bachyan nu kisi cheez da interest hai, kisi painting da, kisi sport da, so we should encourage them for that area too because ਇਹਦੇ ਨਾਲ ਵੀ ਥੋੜਾ ਜਿਹਾ academic pressure ਜਿਹੜਾ ਹੁੰਦਾ ਹੈ ਉਹ ਘੱਟ ਹੁੰਦਾ ਹੈ because ਉਹਨਾਂ ਦਾ mind divert ਹੁੰਦਾ ਹੈ towards the things that they like to do, ਹੈ ਨਾ.
ਯੈਸ And ਜਸ਼ਮੇਸ਼ ਹਾਂਜੀ। ਹਾਂਜੀ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਪ੍ਰੋਗਰਾਮ 'ਚ ਸ਼ਾਮਲ ਹੋਏ। ਸਵਾਲ ਤਾਂ ਹੋਰ ਵੀ ਬਹੁਤ ਹੈ ਪਰ ਟਾਈਮ ਆਪਣਾ ਕੰਪਲੀਟ ਹੋ ਗਿਆ ਜੀ, ਪਰ ਥੈਂਕ ਯੂ ਸੋ ਮਚ ਜਿਹੜੀ ਤੁਸੀਂ ਇਨਫੋਰਮੇਸ਼ਨ ਦਿੱਤੀ ਹੈ। ਮੈਨੂੰ ਉਮੀਦ ਹੈ ਵੀ ਸਾਡੇ you ਜੀ, ਜਿਹੜੇ ਹਾਂ। ਸੁਣਨ ਵਾਲੇ ਪੇਰੈਂਟਸ ਹੈ ਉਹਨਾਂ ਨੂੰ ਜ਼ਰੂਰ ਫਾਇਦੇਮੰਦ ਹੋਏਗੀ। ਐਂਡ ਮੈਂ ਇੱਕ ਵਾਰੀ ਫੇਰ ਦੱਸ ਦਿਆਂ ਜੀ, ਵੈਲਨੈਸ ਨਾਰਥ ਤੋਂ ਰਜਿਸਟਰਡ ਕਲੀਨਿਕਲ ਕਾਉਂਸਲਰ ਜਸ਼ਮੇਸ਼ ਸਿੱਧੂ ਸਾਡੇ ਨਾਲ ਗੱਲਬਾਤ ਕਰ ਰਹੇ ਸੀ। ਕਾਉਂਸਲਿੰਗ ਸਰਵਿਸਿਜ਼ ਵੀ ਇਹ ਪ੍ਰੋਵਾਈਡ ਕਰਦੇ ਨੇ। ਜਸ਼ਮੇਸ਼, ਥੈਂਕ ਯੂ ਸੋ ਮਚ ਫॉर योर टाइम। Thank you, Ji. Thank you so much for calling me in. Thank you.